ਡੁੱਬਦਾ ਪੱਥਰ ਲੀਜੈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੇ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਮਹਲਾ ਪਹਿਲਾ। ਸਿਮਲ ਰੁਖ ਸਰਾਇਰਾ, ਅਤ ਦੀਰਘ ਅਤ ਮੁਚ। ਓਏ ਜੇ ਆਵੈ ਆਸ ਕਰ, ਜਾਹੇ ਨਿਰਾਸੇ ਕਿਤੋ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵੈ ਪਤ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕੋ, ਪਰ ਕਉ ਨਿਵੈ ਨ ਕੋਇ। ਧਰ ਤਰਾਜੂ ਤੋਲੀਐ, ਨਿਵੈ ਸੋ ਗੌਰਾ ਹੋਇ। ਅਪਰਾਧੀ ਦੂਣਾ ਨਿਵੈ, ਜਿਉ ਹੰਤਾ ਮਿਰਗਾਹੇ। ਸੀਸ ਨਵਾਐ ਕਿਆ ਥੀਐ, ਜਾਂ ਹਿਰਦੈ ਕੁਸ਼ੁਧੈ ਜਾਹੇ। ਅਪਰਾਧੀ ਦੂਣਾ ਨਿਵੈ, ਜਿਉ ਹੰਤਾ ਮਿਰਗਾਹੇ। ਸੀਸ ਨਵਾਐ ਕਿਆ ਥੀਐ, ਜਾਂ ਹਿਰਦੈ ਕੁਸ਼ੁਧੈ ਜਾਹੇ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਲੋਕ, ਜੋ ਬਾਣੀ ਆਸਾ ਕੀ ਵਾਰ ਦੇ ਵਿੱਚ 14 ਨੰਬਰ ਪੌੜੀ ਦੇ ਨਾਲ ਪਹਿਲਾ ਸ਼ਲੋਕ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 470 ਦੇ ਉੱਪਰ ਇਹ ਸ਼ਲੋਕ ਸੁਭਾਈਮਾਨ ਹੈ। ਆਓ ਪਾਤਸ਼ਾਹ ਜੀ ਦੀ ਮਿੱਠੀ ਅਤੇ ਪਿਆਰੀ ਯਾਦ, ਉਹਨਾਂ ਦੇ ਪਾਏ ਹੋਏ ਪੂਰਨੇ, ਉਹਨਾਂ ਦੀਆਂ ਪਾਵਨ ਸਿੱਖਿਆਵਾਂ ਸਾਡੇ ਜੀਵਨ ਨਾਲ ਬਹੁਤ ਡੂੰਘਾ ਸੰਬੰਧ ਰੱਖਦੀਆਂ ਨੇ, ਜੋ ਉਹਨਾਂ ਨੇ ਸਾਡੇ ਲਈ ਪੂਰਨੇ ਪਾਏ ਨੇ। ਆਓ ਤੁਹਾਡੇ ਤੋਂ ਥੋੜ੍ਹੀ ਦੂਰ ਪਿੰਡ ਝਬਾਲ ਦੇ ਜੰਮਪਲ ਸਰਦਾਰ ਕਰਮ ਸਿੰਘ ਹਿਸਟੋਰੀਅਨ, ਜਿਨ੍ਹਾਂ ਨੇ ਤੁਹਾਡੇ ਵਿੱਚੋਂ ਉਹਨਾਂ ਦਾ ਕਦੀ ਨਾਮ ਸੁਣਿਆ ਹੋਵੇ ਜਾਂ ਕਦੀ ਉਹਨਾਂ ਦੀ ਕੋਈ ਲਿਖਤ ਪੜ੍ਹੀ ਹੋਏਗੀ, ਉਹਨਾਂ ਨੂੰ ਵਧੇਰੇ ਜਾਣਕਾਰੀ ਹੋਏਗੀ। ਆਓ ਵਿਚਾਰਾਂ ਦੀ ਰਮਤਾ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ, ਖਾਸ ਕਰਕੇ ਪ੍ਰਬੰਧਕ ਵੀਰਾਂ ਨੂੰ ਵੀ ਬਾਹਰ ਚਾਹ ਦਾ ਲੰਗਰ ਉਹਨਾਂ ਕੁ ਸਮਾਂ ਬੰਦ ਕਰ ਦਿਓ, ਕਿਉਂਕਿ ਰੌਲਾ ਬਹੁਤ ਪੈਂਦਾ। ਜੇ ਤੁਸੀਂ ਘਰਾਂ 'ਚੋਂ ਸਮਾਂ ਕੱਢ ਕੇ ਆਏ ਹੋ ਤੇ ਸਾਡਾ ਵੀ ਫਰਜ਼ ਬਣਦਾ, ਅਸੀਂ ਵੀ ਦਿੱਲੀ ਤੋਂ ਚੱਲ ਕੇ ਤੁਹਾਡੇ ਕੋਲ ਆਏ ਹਾਂ। ਜੇ ਆਪਾਂ ਬੈਠ ਕੇ ਕੁਝ ਵਿਚਾਰਾਂ ਹੀ ਨਾ ਕਰ ਪਾਏ ਟਿਕਾ ਦੇ ਨਾਲ, ਜਲ ਪਾਣੀ ਤਾਂ ਆਪਾਂ ਰੋਜ਼ ਆਪਣੇ ਘਰਾਂ 'ਚ ਛਕਦੇ ਹੀ ਹਾਂ। ਸਵੇਰੇ ਉੱਠਦਿਆਂ ਸਾਰ ਸਾਡੇ ਘਰਾਂ 'ਚ ਅੱਗ ਬਲਦੀ ਹੈ ਅਤੇ ਰਾਤ ਸੌਣ ਤੱਕ ਅੱਗ ਬਲਦੀ ਰਹਿੰਦੀ ਹੈ। ਜਦੋਂ ਤੱਕ ਬੰਦਾ ਸੌਂਦਾ ਨਹੀਂ, ਚੁੱਲ੍ਹੇ 'ਚੋਂ ਅੱਗ ਠੰਡੀ ਪੈਂਦੀ ਨਹੀਂ।
ਸਰੀਰ ਦਾ ਜਿਹੜਾ ਭੋਜਨ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਘਰਾਂ 'ਚ ਬਣੀ ਜਾਂਦਾ ਹੈ। ਸਵੇਰੇ ਬਣਿਆ, ਦੁਪਹਿਰੇ ਬਣਿਆ, ਸ਼ਾਮੀ ਬਣਿਆ, ਜਦੋਂ ਤੱਕ ਇੰਜ ਕਹਿ ਲਓ ਵੀ ਬੰਦੇ ਉੱਠਦਿਆਂ ਸਾਰ ਬੰਦੇ ਦਾ ਮੂੰਹ ਚੱਲਦਾ ਹੈ ਅਤੇ ਰਾਤ ਨੂੰ ਜਦੋਂ ਤੱਕ ਸੌਂ ਨਹੀਂ ਜਾਂਦਾ ਇਹਦਾ ਮੂੰਹ ਚੱਲਦਾ ਹੀ ਰਹਿੰਦਾ। ਇਹ ਸਰੀਰ ਦਾ ਭੋਜਨ ਹੈ। ਪਰ ਜਿਹੜਾ ਮਨ ਦਾ ਭੋਜਨ ਹੈ ਉਹ ਕੋਈ ਟਾਵਾਂ ਘਰ ਹੀ ਹੈ ਜਿਹਦੇ ਘਰ ਦੇ ਵਿੱਚ ਹੋਏਗਾ। ਜਿਹੜਾ ਕੋਈ ਘਰ 'ਚ ਪਾਠ ਕਰਦਾ ਹੋਏਗਾ, ਕੋਈ ਬਾਣੀ ਦੀ ਇੱਕ ਅੱਧੀ ਪੋਥੀ ਹੋਏਗੀ, ਕੋਈ ਪਰਿਵਾਰ 4 ਜੀ ਰਲ ਕੇ ਕਹਿਣਾ ਆਓ ਆਪਾਂ ਰਲ ਕੇ ਗੁਰਬਾਣੀ ਦਾ ਪਾਠ ਕਰ ਲਈਏ। ਸਰੀਰ ਦਾ ਭੋਜਨ ਤੇ ਕੋਈ ਆਪਣੀ ਸਮਰੱਥਾ ਮੁਤਾਬਕ ਬਣਾ ਹੀ ਲੈਂਦਾ। ਕੋਈ ਚੋਪੜੀ ਖਾ ਲੈਂਦਾ ਹੋਏਗਾ, ਕੋਈ ਬਿਨਾਂ ਚੋਪੜਨ ਤੋਂ ਖਾਂਦਾ ਹੋਏਗਾ, ਕੋਈ 2 ਸਬਜ਼ੀਆਂ ਨਾਲ ਖਾ ਲੈਂਦਾ, ਕੋਈ ਇੱਕ ਨਾਲ ਖਾ ਲੈਂਦਾ, ਕੋਈ ਦਹੀਂ ਦੇ ਨਾਲ ਹੀ ਖਾ ਲੈਂਦਾ। ਪਰ ਹਰ ਇੱਕ ਬੰਦਾ ਆਪਣੇ ਪੇਟ ਦੀ ਅੱਗ ਬੁਝਾ ਕੇ ਤਾਂ ਸੌਂਦਾ ਹੀ ਹੈ। ਪਰ ਕਈ ਵਾਰੀ ਵੇਖਣ 'ਚ ਆਉਂਦਾ ਹੈ ਸਾਡਾ ਬਹੁਤਾ ਜ਼ੋਰ ਇਹਨਾਂ ਕੰਮਾਂ 'ਤੇ ਲੱਗ ਜਾਂਦਾ ਜਿਹੜਾ ਅਸੀਂ ਮੇਨ ਸਮਝਣ ਵਾਸਤੇ ਆਉਂਦੇ ਹਾਂ। ਪਾਠੀ ਸਿੰਘ ਪਾਠ ਕਰਦੇ ਨੇ, ਗ੍ਰੰਥੀ ਸਿੰਘ ਸਾਨੂੰ ਕੁਝ ਸਮਝਾਉਣਾ ਚਾਹੁੰਦੇ ਨੇ, ਕੋਈ ਵਿਚਾਰ ਦੇਣਾ ਚਾਹੁੰਦੇ ਨੇ, ਅਸੀਂ ਕਈ ਵਾਰੀ ਉਹਨਾਂ ਗੱਲਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਮੇਨ ਹੈ ਸਾਡੇ ਮਨ ਦੀ ਖੁਰਾਕ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ 2 ਲੰਗਰ ਚੱਲਦੇ ਨੇ। ਲੰਗਰ ਚੱਲਿਆ ਗੁਰ ਸ਼ਬਦ, ਇੱਕ ਸ਼ਬਦ ਦਾ ਲੰਗਰ ਹੈ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਦੁਨਿਆਵੀ ਅਜੇ ਅੰਨ ਧਨ ਵਿੱਚ ਕਮੀ ਆ ਸਕਦੀ ਹੈ, ਜਿਹੜਾ ਸ਼ਬਦ ਦਾ ਲੰਗਰ ਹੈ ਅੱਛਾ ਦੁਨਿਆਵੀ ਅੰਨ ਧਨ ਆਪਾਂ ਜਦੋਂ ਖਾਂਦੇ ਹਾਂ ਤੇ ਘਟਦਾ ਹੈ, ਸ਼ਬਦ ਦਾ ਲੰਗਰ ਜਿੰਨਾ ਵਰਤੀਏ ਓਨਾ ਵੱਧਦਾ ਹੈ। ਇਹ ਸ਼ਬਦ ਦਾ ਲੰਗਰ ਹੀ ਇੱਦਾਂ ਦਾ ਹੈ, ਜਿੰਨਾ ਵਰਤਾਓਗੇ ਜਿੰਨਾ ਵੰਡੋਗੇ ਓਨਾ ਹੀ ਵੱਧਦਾ ਜਾਣਾ ਹੈ। ਤੋ ਆਓ ਸਾਧ ਸੰਗਤ ਜੀ, ਕਿਸਾਨੀ ਅੰਦੋਲਨ ਵਿੱਚ ਤੁਹਾਡੇ ਨਗਰ ਦਾ ਵੀ ਬੜਾ ਵੱਡਾ ਸਹਿਯੋਗ ਹੈ। 2 ਤੁਹਾਡੇ ਨਗਰ ਦੇ ਵੀਰ ਇਸ ਕਿਸਾਨੀ ਅੰਦੋਲਨ ਵਿੱਚ ਆਪਣੀਆਂ ਜਾਨਾਂ ਵਾਰ ਗਏ ਨੇ, ਜੋ ਮੈਨੂੰ ਇੱਥੇ ਆਣ ਕੇ ਪਤਾ ਲੱਗਾ, ਕਿਉਂਕਿ ਪੰਜਾਬ ਵਿੱਚ 700 ਤੋਂ ਵੱਧ ਲਾਸ਼ਾਂ ਆਈਆਂ ਨੇ ਉੱਥੋਂ। ਇਹ ਐਵੇਂ ਨਹੀਂ ਜਿੱਤ ਹੋਈ, ਇਹਦੇ ਪਿੱਛੇ ਬੜੀ ਵੱਡੀ ਘਾਲਣਾ ਹੈ। ਜਿਨ੍ਹਾਂ ਨੇ ਆਪਣੇ ਜੀ ਗਵਾਏ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਗਏ ਨੇ, ਇਹ ਉਹਨਾਂ ਨੂੰ ਪਤਾ ਵੀ ਕਿੱਦਾਂ ਉਹਨਾਂ ਨੇ ਇਹ ਚੀਜ਼ਾਂ ਮੁੱਲ ਤਾਰਿਆ ਕਿ 3 ਕਾਲੇ ਕਾਨੂੰਨ ਪਿਛਲੇ ਸਾਲ 17 ਸਤੰਬਰ ਨੂੰ ਪਾਸ ਹੋਏ ਸੀ 2020 ਦੇ ਵਿੱਚ 3 ਕਾਲੇ ਕਾਨੂੰਨ ਸੰਸਦ ਵਿੱਚ। ਤੇ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਧਰਨੇ ਲੱਗਣੇ ਸ਼ੁਰੂ ਹੋਏ। ਫਿਰ ਇਹ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਸੱਦਾ ਦਿੱਤਾ ਗਿਆ। ਲਗਭਗ 20 ਜਦੋਂ ਆਪਾਂ ਅਨਾਉਂਸ ਹੋਇਆ ਸੀ 26 ਤੇ 27 ਨਵੰਬਰ ਦੀ ਗੱਲ ਹੈ ਪਿਛਲੇ ਸਾਲ 2020 ਦੀ। ਪੰਜਾਬ, ਹਰਿਆਣਾ, ਵੱਖ-ਵੱਖ ਸਟੇਟਾਂ ਦੇ ਸੂਬਿਆਂ ਦੇ ਕਿਸਾਨ ਧੜਾ ਧੜ ਉੱਥੇ ਪਹੁੰਚੇ ਤੇ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਅੱਜ 30 ਤਰੀਕ ਹੈ। ਬੜੀ ਵੱਡੀ ਘਾਲਣਾ ਘਾਲੀ ਹੈ। ਬੜੇ ਪਰਿਵਾਰਾਂ ਦੇ ਜੀ ਜਾ ਚੁੱਕੇ ਨੇ। ਮਾਵਾਂ ਦੇ ਉੱਤੋਂ ਦੀ ਟਰੱਕ ਚਾੜੇ ਗਏ। ਲਖੀਮਪੁਰ ਖੀਰੀ ਦੀ ਘਟਨਾ, ਟਿਕਰੀ ਬਾਰਡਰ ਖਲੋਤੀਆਂ ਹੋਈਆਂ ਬੀਬੀਆਂ ਦੇ ਉੱਤੋਂ ਦੀ ਟਰੱਕ ਚਾੜ ਦਿੱਤਾ ਗਿਆ। ਇਹ ਸਾਰੀਆਂ ਚੀਜ਼ਾਂ ਕੋਈ ਐਵੇਂ ਨਹੀਂ ਵਾਪਰੀਆਂ, ਇਹ ਬੜਾ ਤਗੜਾ ਮੁੱਲ ਤਾਰਨਾ ਪਿਆ ਹੈ। ਕਈਆਂ ਨੂੰ ਤਾਂ ਇਹਨਾਂ ਕਾਨੂੰਨਾਂ ਬਾਰੇ ਪਤਾ ਹੈ, ਜਿਨ੍ਹਾਂ ਨੂੰ ਨਹੀਂ ਪਤਾ ਉਹ ਕਹਿੰਦੇ ਸਿਆਸਤ ਹੈ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਸਗੋਂ ਜਦੀ 1 ਕਿੱਲਾ ਜ਼ਮੀਨ ਸੀ ਨਾ, ਉਹ ਜ਼ਿਆਦਾ ਜੰਗ ਵਿੱਚ ਜੂਝਦਾ ਹੈ। ਮੇਰਾ ਪਿੰਡਾਂ ਵਿੱਚ ਬੜਾ ਵਾਹ ਰਿਹਾ, ਮੈਂ ਪਿੰਡਾਂ ਵਿੱਚ ਵੇਖਿਆ ਕਈਆਂ ਪਿੰਡਾਂ ਵਿੱਚੋਂ 100 50 ਕਿੱਲੇ ਵਾਲੇ ਪਿੰਡ ਵਾਲੇ ਕਹਿੰਦੇ ਜੀ ਇਹਨਾਂ ਦਾ ਇੱਕ ਜੀਵ ਨਹੀਂ ਗਿਆ। ਤੇ ਕਈ ਵਿਚਾਰੇ 2 ਕਨਾਲਾਂ ਵਾਲੇ ਉੱਥੇ ਲਗਾਤਾਰ ਸਾਲ ਤੋਂ ਬੈਠੇ ਨੇ। ਸਾਡੇ ਸਮਾਜ ਵਿੱਚ ਇੱਕ ਸ਼ਬਦ ਬੜਾ ਬੋਲਿਆ ਜਾਂਦਾ, ਸਾਨੂੰ ਕੀ। ਇਹ ਜਿਹੜਾ ਸਾਨੂੰ ਕੀ ਸ਼ਬਦ ਹੈ ਨਾ, ਬੜਾ ਖਤਰਨਾਕ ਸ਼ਬਦ ਹੈ। ਕਣਕ ਨੂੰ ਅੱਗ ਲੱਗੀ ਹੋਵੇ ਨਾ, ਉਦੋਂ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਕੀ, ਬੁਝਾਉਣ ਤੁਰ ਪੈਂਦੇ ਹਾਂ। ਆਪਣੇ ਘਰ ਤੋਂ, ਆਪਣੇ ਕਿੱਲੇ ਤੋਂ 10 20 30 ਕਿੱਲੇ ਦੂਰ ਅੱਗ ਲੱਗੀ ਹੋਵੇ ਤੇ ਜਿਨ੍ਹਾਂ ਨਾਲ ਸਾਡੀ ਨਾਮ ਹੀ ਬਣਦੀ ਹੋਵੇ ਉਹਨਾਂ ਦੇ ਖੇਤਾਂ 'ਚ ਵੀ ਅੱਗ ਬੁਝਾਉਣ ਤੁਰ ਪੈਂਦੇ ਆ। ਪਤਾ ਕਿਉਂ? ਪਤਾ ਵੀ ਜੇ ਅੱਗ ਇੱਥੇ ਨਾ ਬੁਝਾਈ ਤੇ ਇਹਨੇ ਸਾਡੇ ਖੇਤ ਵੀ ਵਿੱਚੇ ਲੈ ਲੈਣੇ ਨੇ। ਪਰ ਐਸ ਅੱਗ ਦਾ ਤੇ ਕਿਸੇ ਨੂੰ ਪਤਾ ਹੀ ਨਹੀਂ ਵੀ ਜੇ ਅੱਗ ਇੱਦਾਂ ਤੁਰ ਪਈ ਇਹ ਜਾਊ ਕਿੱਧਰ ਨੂੰ। ਇਹ ਲੱਗਦਾ ਸੌਖਾ ਹੈ। ਕਦੀ ਸੋਚ ਕੇ ਵੇਖਿਓ ਵੀ ਜਿਹਨੇ ਅੰਦੋਲਨ ਜੀਵੀ ਸ਼ਬਦ ਬੋਲੇ ਹੋਣ, ਜਿਨ੍ਹਾਂ ਨੇ ਅੰਦੋਲਨ ਜੀਵੀ ਸ਼ਬਦ ਬੋਲੇ ਹੋਣ, ਜਿਨ੍ਹਾਂ ਨੇ ਇਹ ਸ਼ਬਦ ਬੋਲੇ ਹੋਣ ਵੀ ਇਹ ਕਿਸਾਨ ਥੋੜ੍ਹਾ, ਤੇ ਉਹਨਾਂ ਦੇ ਸਾਹਮਣੇ ਖਲੋ ਕੇ ਇਹ ਗੱਲ ਕਹਿਣੀ ਹੋਵੇ ਕਿ ਮੈਂ ਇਹ ਮਾਫੀ ਮੰਗਦਾ, ਜਿਹੜੇ ਕਾਨੂੰਨ ਅਸੀਂ ਇਹ ਵਾਪਸ ਲੈਂਦੇ ਹਾਂ। ਤੇ ਬੜੀ ਵੱਡੀ ਗੱਲ ਹੈ, ਜਿਨ੍ਹਾਂ ਨੇ ਜੀ ਗਵਾਏ ਆ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਮੈਂਬਰ ਘਰੋਂ ਗਏ ਸਨ ਪਰ ਵਾਪਸ ਨਹੀਂ ਆ ਸਕੇ। ਤੋ ਸਾਧ ਸੰਗਤ ਜੀ ਥੋੜ੍ਹਾ ਜਿਹਾ ਪੜ੍ਹੋ, ਸਮਝੋ, ਵਿਚਾਰੋ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਆਓ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ, ਨਿਮਰਤਾ ਸਹਿਤ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ
ਗੱਜ ਕੇ ਫਤਿਹ ਬੁਲਾਓ ਤੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਗਰ ਤੋਂ ਥੋੜੀ ਦੂਰ ਪਿੰਡ ਝਬਾਲ ਹੈ। ਉਸ ਪਿੰਡ ਵਿੱਚ 1886 ਦੇ ਵਿੱਚ 84 ਦੇ ਵਿੱਚ ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ ਜਨਮ ਹੁੰਦਾ ਹੈ। ਕਰਮ ਸਿੰਘ ਹਿਸਟੋਰੀਅਨ ਦਾ ਜਿਹੜਾ ਜੱਦੀ ਪਿੰਡ ਹੈ ਉਹ ਪਿੰਡ ਝਬਾਲ ਹੈ। ਪਿੰਡ ਝਬਾਲ ਦੇ ਜੰਮਪਲ ਨੇ ਸਰਦਾਰ ਕਰਮ ਸਿੰਘ ਹਿਸਟੋਰੀਅਨ। ਤੇ 84 'ਚ ਉਹਨਾਂ ਦਾ ਜਨਮ ਹੁੰਦਾ ਹੈ, 1884 'ਚ। ਉਦੋਂ ਅੰਗਰੇਜ਼ ਰਾਜ ਸੀ ਇੱਥੇ, ਕਿਉਂਕਿ ਉਹ 49 'ਚ ਆ ਗਏ ਸੀ ਤੇ 47 ਜਾਂਦੇ ਨੇ। 98 ਸਾਲ ਅੰਗਰੇਜ਼ ਪੰਜਾਬ ਵਿੱਚ ਕਾਬਜ ਰਹੇ, ਪੂਰੇ 98 ਸਾਲ। 49 'ਚ ਆਏ ਨੇ, 47 'ਚ ਗਏ ਨੇ। ਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ ਜਨਮ ਪਿੰਡ ਝਬਾਲ ਵਿੱਚ ਹੁੰਦਾ ਹੈ 84 ਵਿੱਚ, 1884 'ਚ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਬੜੀ ਵੱਡੀ ਦੇਣ ਹੈ ਕੌਮ ਨੂੰ। ਪਰ ਕਈ ਵਾਰੀ ਇੰਝ ਲੱਗਦਾ ਵੀ ਜਿਵੇਂ ਮੇਂਢਕ ਹੁੰਦਾ ਨਾ ਡੱਡੂ, ਉਹ ਰਹਿੰਦਾ ਕਮਲ ਫੁੱਲ ਦੇ ਵਿੱਚ ਆ ਤੇ ਕਮਲ ਫੁੱਲ ਦੇ ਉੱਤੋਂ ਭੌਰਾ ਦੂਰੋਂ ਆਣ ਕੇ ਸੁਗੰਧੀ ਦਾ ਰਸ ਮਾਣ ਕੇ ਆਉ ਜਾਂਦਾ, ਪਰ ਮੇਂਢਕ ਨੂੰ ਨਹੀਂ ਪਤਾ ਹੁੰਦਾ ਵੀ ਉਹ ਜਾਲਾ ਹੀ ਖਾਈ ਜਾਂਦਾ। ਕਈ ਵਾਰੀ ਅਸੀਂ ਆਪਣੇ ਏਡੇ ਏਡੇ ਵੱਡੇ ਵੱਡੇ ਵਾਰਸਾਂ ਦੇ ਕੋਲ ਬੈਠੇ ਹੁੰਦੇ ਆ। ਮੈਂ ਕਈ ਵਾਰੀ ਗੋਇੰਦਵਾਲ ਦੀ ਗੱਲ ਅਕਸਰ ਕਰਦਾ ਹੁੰਨਾ ਵੀ ਭੱਟਾਂ ਨੇ ਆਪਣੇ ਸਵਈਆਂ 'ਚ ਸ਼ਬਦ ਵਰਤਿਆ, ਗੋਬਿੰਦਵਾਲ ਗੋਬਿੰਦਪੁਰੀ ਸਮ। ਵੀ ਗੋਇੰਦਵਾਲ ਸ਼ਹਿਰ ਰੱਬ ਦੀ ਨਗਰੀ ਵਰਗਾ ਵਾ, ਜਿਵੇਂ ਗੋਬਿੰਦਵਾਲ ਗੋਬਿੰਦਪੁਰੀ ਸਮ। ਗੋਬਿੰਦ ਦੀ ਪੁਰੀ ਦੇ ਬਰਾਬਰ ਹੈ ਗੋਇੰਦਵਾਲ ਸ਼ਹਿਰ। ਹੁਣ ਇਹ ਗੱਲ ਤੁਸੀਂ ਕਿਤੇ ਜਾ ਕੇ ਦੂਰ ਕਰੋ ਤੇ ਉਹ ਆਂਦੇ ਹੋਣੇ, ਅੱਛਾ ਫਿਰ ਗੋਇੰਦਵਾਲ ਜਿਹੜੇ ਵਸਣ ਵਾਲੇ ਸਾਰੇ ਦੇਵਤੇ ਹੋਣੇ ਨੇ, ਉਹਨਾਂ ਨੂੰ ਤੇ ਬੜੀ ਗੁਰਮਤ ਆਉਂਦੀ ਹੋਣੀ ਹੈ। ਪਰ ਕਈ ਵਾਰੀ ਐਸਾ ਹੁੰਦਾ ਵੀ ਦੀਵੇ ਥੱਲੇ, ਬੋਲੋ ਸਾਰੇ ਜੀ, ਇਹ ਕਹਾਵਤ ਤੇ ਆਉਂਦੀ ਤੁਹਾਨੂੰ, ਇਹ ਵਿਅੰਗ ਦਾ ਵੀ ਪਤਾ ਵੀ ਦੀਵੇ ਥੱਲੇ, ਵੀ ਦੀਵਾ ਦੂਰ ਕਈ ਵਾਰੀ ਰੌਸ਼ਨੀ ਕਰਦਾ ਪਰ ਥੱਲੇ ਹਨੇਰਾ ਹੀ ਹੁੰਦਾ। ਹੁਣ ਸਰਦਾਰ ਕਰਮ ਸਿੰਘ ਹਿਸਟੋਰੀਅਨ ਬਾਰੇ ਤੁਸੀਂ ਲਾਗੇ ਕਿਸੇ ਨੂੰ ਪੁੱਛ ਕੇ ਵੇਖ ਲਓ। ਦੂਰ ਬੈਠੇ ਬੰਦਿਆਂ ਨੇ, ਅਗਲਿਆਂ ਨੇ ਉਹਨਾਂ ਤੇ ਸਟੱਡੀ ਕੀਤੀ ਹੈ, ਪੜ੍ਹਿਆ। ਤੇ ਲੋਕਲ ਬੰਦੇ ਨੂੰ ਪੁੱਛ ਕੇ ਵੇਖੋ ਵੀ ਕਰਮ ਸਿੰਘ ਹਿਸਟੋਰੀਅਨ ਕੌਣ ਸੀ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਬਹੁਤ ਮਿਹਨਤ ਕੀਤੀ, ਕਿਤਾਬਾਂ ਲਿਖੀ ਹੈ। ਕਿਤਾਬਾਂ ਤੇ ਉਹਨਾਂ ਦੀਆਂ ਬਹੁਤ ਨੇ, ਪਰ ਇੱਕ ਕਿਤਾਬ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ, ਮੈਂ ਤਾਂ ਗੱਲ ਕਰ ਰਿਹਾ। ਉਹਨਾਂ ਦੀ ਇੱਕ ਕਿਤਾਬ ਹੈ ਕੱਤਕ ਕੇ ਵੈਸਾਖ, ਉਹਨਾਂ ਦੀ ਕਿਤਾਬ ਦਾ ਨਾਮ ਹੈ। ਹੁਣ ਵੇਖੋ, ਮੈਂ ਜਦੋਂ ਅੱਧਾ ਨਾਂ ਲਿਆ, ਮੈਂ ਕਿਹਾ ਜਿਹਨਾਂ ਪੜ੍ਹੀ ਹੋਊਗੀ ਜਾਂ ਜਿਹਨਾਂ ਨੂੰ ਪਤਾ ਹੋਊਗਾ ਬੋਲਣਗੇ, ਉਹ ਸਾਰੇ ਮੇਰੇ ਮੂੰਹ ਵੱਲ ਵੇਖਣ ਲੱਗ ਪਏ। ਸਾਨੂੰ ਬਾਬਿਆਂ ਬਾਰੇ ਪਤਾ, ਬਾਬਿਆਂ ਦੀਆਂ ਬਰਸੀਆਂ ਬਾਰੇ ਪਤਾ, ਮੱਸਿਆ ਬਾਰੇ ਪਤਾ, ਪੂਰਨਮਾਸੀ ਬਾਰੇ ਪਤਾ, ਪੰਚਮੀ ਕਿੱਥੇ ਲੱਗਦੀ ਉਹ ਪਤਾ। ਕਿਉਂ ਸਾਧ ਸੰਗਤ ਜੀ, ਇਹ ਗੱਲਾਂ ਬਾਰੇ ਪਤਾ ਹੈ। ਕਿੱਥੇ ਮੱਸਿਆ ਵੱਧ ਲੱਗਦੀ ਹੈ, ਕਿੱਥੇ ਪੁੰਨਿਆ ਵੱਧ ਲੱਗਦੀ ਹੈ, ਕਿੱਥੇ ਨਹਾਉਣ ਨਾਲ ਪੁੱਤ ਮਿਲਦੇ ਆ, ਕਿੱਥੇ ਨਹਾਉਣ ਨਾਲ ਮੱਝਾਂ ਦੁੱਧ ਵੱਧ ਦਿੰਦੀਆਂ, ਕਿੱਥੇ ਕਿੱਲੇ ਚੜਾਉਣ ਨਾਲ ਮੱਝਾਂ ਕੱਟੀਆਂ ਵੱਧ ਦਿੰਦੀਆਂ, ਇਹ ਸਾਰਾ ਪਤਾ। ਪਰ ਜੇ ਨਹੀਂ ਪਤਾ ਤੇ ਇਹੋ ਜਿਹੇ ਵਿਦਵਾਨਾਂ ਬਾਰੇ ਜਿਨ੍ਹਾਂ ਨੇ ਇੰਨੀ ਸਟੱਡੀ ਕੀਤੀ, ਇੰਨਾ ਗਿਆਨ ਦਿੱਤਾ, ਉਹਨਾਂ ਨੇ ਕਿਤਾਬ ਲਿਖੀ ਕੱਤਕ ਕੇ ਵੈਸਾਖ। ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੋਂ ਹੋਇਆ, ਧਿਆਨ ਨਾਲ ਸੁਣਿਓ। ਹੁਣ ਅੱਜ ਤੱਕ ਵੀ ਆਪਣੇ ਸਕੂਲਾਂ 'ਚ ਇੱਕ ਆਪਾਂ ਸ਼ਬਦ ਅਕਸਰ ਬੋਲਦੇ ਹੁੰਦੇ ਸੀ, ਜਦੋਂ ਆਪਾਂ ਪੁੱਛਣਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੋਂ, ਆਪਾਂ ਕਹਿਣਾ 15 ਅਪ੍ਰੈਲ 1400। ਸਾਰੇ ਬੋਲੋ 15 ਅਪ੍ਰੈਲ 1400। ਕਿਉਂ ਸਾਸਨ ਦੀ ਆਪਣੀ ਜ਼ੁਬਾਨ ਤੇ ਇਦਾਂ ਹੀ ਚੜਿਆ ਸੀ ਨਾ ਵੀ 15 ਅਪ੍ਰੈਲ 1469। ਇੱਕ ਵੈਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀਆਂ ਲਿਖਤਾਂ ਮੁਤਾਬਕ ਕਿੰਨੇ ਵੈਸਾਖ ਨੂੰ ਜੀ? ਇੱਕ ਵੈਸਾਖ ਨੂੰ। ਇੱਕ ਵੈਸਾਖ। ਇਹੋ ਵਜ੍ਹਾ ਸੀ ਵਿਸਾਖੀ ਦਾ ਸਾਡੇ 'ਚ ਬੜਾ ਵੱਡਾ ਮਹੱਤਵ ਹੈ। ਕਿਵੇਂ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਵਿਸਾਖੀ ਖਾਲਸੇ ਦੀ ਸਾਜਨਾ ਦਿਵਸ ਲਈ ਚੁਣੀ, ਐਵੇਂ ਨਹੀਂ ਚੁਣੀ। ਉਹਨਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਰੱਖਿਆ। ਕਹਿੰਦੇ ਇਸ ਦਿਨ ਮੇਰੇ ਪਾਤਸ਼ਾਹ ਸੰਸਾਰ ਤੇ ਸਰੀਰਕ ਤੌਰ ਤੇ ਆਏ ਸੀ। ਇਹ ਗੱਲਾਂ ਐਵੇਂ ਨਹੀਂ ਹੋਈਆਂ। ਵਿਸਾਖੀ ਦਾ ਬੜਾ ਵੱਡਾ ਡੂੰਘਾ ਸੰਬੰਧ ਹੈ। ਜਿਹੜਾ ਬੌਲੀ ਸਾਹਿਬ ਆ, ਇਹਦਾ ਪਹਿਲੀ ਵਾਰ ਜਦੋਂ ਟੱਕ ਲਾਇਆ ਵਿਸਾਖੀ ਵਾਲੇ ਦਿਨ ਲਾਇਆ ਸੀ। ਵਿਸਾਖੀ ਤੇ ਇਕੱਠ ਹੁੰਦੇ ਸੀ, ਦੂਰਾਂ ਦੂਰਾਂ ਤੋਂ ਸਿੱਖ ਸੰਗਤਾਂ ਆਉਂਦੀਆਂ ਸੀ। ਪਰ ਅੱਜ ਪ੍ਰੋਬਲਮ ਇਹ ਹੈ, ਸਮਝਾਓ ਕਿਹਨੂੰ? ਕਿਉਂਕਿ ਸਾਡੇ 'ਚੋਂ ਬਹੁਤਿਆਂ ਨੇ ਤੇ ਕਦੀ ਕਿਤਾਬ ਨੂੰ ਹੱਥ ਲਾ ਕੇ, ਉੱਚੀ ਬੋਲੋ ਜੀ, ਵੇਖਿਆ ਹੀ ਨਹੀਂ। ਜਦੋਂ ਅਸੀਂ ਪੜ੍ਹਾਂਗੇ ਸਾਨੂੰ ਫੇਰ ਸਮਝ ਆਏਗੀ। ਹੁਣ ਇਹ ਤੁਸੀਂ ਹੁਣ ਹੈਰਾਨ ਹੋਗੇ ਵੀ ਇਹ ਕੱਤਕ ਦੇ ਮਹੀਨੇ ਵਿੱਚ ਇਹ ਮਨਾਉਣਾ ਕਿਉਂ ਸ਼ੁਰੂ ਹੋਇਆ? ਅੱਛਾ, ਐਰਕੀ ਜਿਹੜਾ 19 ਨਵੰਬਰ ਨੂੰ ਆਇਆ,
19 ਨਵੰਬਰ ਨੂੰ ਕੱਤਕ ਸੀ ਕਿ ਕੱਤੇ ਸੀ ਕਿ ਮੱਘਰ ਸੀ? ਬੋਲ ਕੇ ਦੱਸਿਓ ਹੁਣ। 19 ਨਵੰਬਰ ਨੂੰ ਕੀ ਸੀ ਭਲਾ? ਉੱਚੀ ਬੋਲ ਕੇ ਦੱਸਿਓ। ਹਾਂਜੀ, 19 ਨਵੰਬਰ ਨੂੰ ਕਿਹੜਾ ਮਹੀਨਾ ਸੀ ਦੇਸੀ? ਬੋਲ ਕੇ ਦੱਸਿਓ ਜੀ। 19 ਨਵੰਬਰ ਨੂੰ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਕਿ ਸੰਗਤ ਨੇ, ਉਦੋਂ ਮੱਘਰ ਸੀ ਕਿ ਕੱਤੇ ਸੀ? ਮੇਰਾ ਸਵਾਲ ਇਹ ਹੈ। ਮੱਘਰ ਸੀ ਜੀ। ਉਹ ਦਿਨ ਕੀ ਸੀ? ਵੇਖ ਲਓ, ਘਰ ਹੱਥਾਂ 'ਚ ਮੋਬਾਈਲ ਫੜੇ ਨੇ, ਪਤਾ ਹੋਣਾ ਕੀ ਸੀ ਜੀ? ਮੱਘਰ। ਵਾਹ, ਉਹ ਦਿਨ ਸੀ ਮੱਘਰ। ਅੱਛਾ, ਤੇ ਆਮ ਮਨਾਇਆ ਜਾਂਦਾ ਕੱਤਕ ਦੀ ਪੂਰਨਮਾਸ਼ੀ ਨੂੰ। ਇਹਦਾ ਮਤਲਬ ਹਰ ਸਾਲ ਕਿਉਂ ਬਦਲਦਾ? ਤੁਹਾਡੇ ਬੱਚੇ ਦਾ ਜਨਮ ਹੋਇਆ 5 ਦਸੰਬਰ ਨੂੰ, ਮੰਨ ਲਓ, ਮੈਂ ਉਦਾਹਰਨ ਦੇਣ ਲੱਗਾ, ਤੁਹਾਡੇ ਬੱਚੇ ਦਾ ਜਨਮ ਹੋਇਆ 5, ਤੇ ਅਗਲੇ ਸਾਲ ਕਿੰਨੇ ਦਸੰਬਰ ਨੂੰ ਆਊ? ਬੋਲੋ ਹੁਣ। ਕਿ ਹਰ ਸਾਲ ਬਦਲੂਗਾ ਜੀ? ਨਹੀਂ, 5 ਨੂੰ ਆਊਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 23 ਪੋ 5 ਜਨਵਰੀ ਨੂੰ ਪ੍ਰਕਾਸ਼ ਪੁਰਬ ਹੈ। ਸਰਦਾਰ ਪਾਲ ਸਿੰਘ ਪੁਰੇਵਾਲ ਕੈਨੇਡਾ ਨਿਵਾਸੀ, ਐਡਮਿੰਟਨ ਦੇ ਰਹਿਣ ਵਾਲੇ, ਉਹਨਾਂ ਨੇ ਕੈਲੰਡਰ ਤਿਆਰ ਕੀਤਾ। ਉਹਨਾਂ ਨੇ ਕੈਲੰਡਰ ਤਿਆਰ ਕੀਤਾ। ਸਰਦਾਰ ਪਾਲ ਸਿੰਘ, ਕੀ ਹੋ ਗਿਆ? ਭਾਈ ਸਾਹਿਬ ਤੁਸੀਂ ਡਰ ਹੀ ਗਏ। ਠੀਕ ਆ, ਠੀਕ ਆ, ਠੀਕ ਆ, ਆਵਾਜ਼ ਘੱਟ ਰੱਖੋ ਜੀ। ਸਰਦਾਰ ਪਾਲ ਸਿੰਘ, ਤੁਸੀਂ ਕਿਹਦੇ ਨੂੰ ਹੱਥ ਨਾਲ ਲਾਓ, ਇੱਕ ਤਾਂ ਟਿਕਾ ਕੇ ਛੱਡ ਦਿਓ ਬਸ, ਹੁਣ ਹੱਥ ਨਾਲ ਲਾਇਓ। ਸਰਦਾਰ ਪਾਲ ਸਿੰਘ ਪੁਰੇਵਾਲ ਨੇ ਕੀ ਤਿਆਰ ਕੀਤਾ ਜੀ? ਕੈਲੰਡਰ। ਸਰਦਾਰ ਪਾਲ ਸਿੰਘ ਪੁਰੇਵਾਲ ਨੇ, ਉਹਨਾਂ ਨੇ ਮੁਸਲਮਾਨਾਂ ਵੀਰਾਂ ਨੂੰ ਵੀ ਤਿਆਰ ਕਰਕੇ ਦਿੱਤਾ। ਮੇਰਾ ਸੈੱਟ ਕਰ ਦਿਓ ਪਲੀਜ਼, ਰਿਕੁਐਸਟ। ਹਿਜਰੀ ਕੈਲੰਡਰ ਉਹਨਾਂ ਨੇ ਤਿਆਰ ਕਰਕੇ ਦਿੱਤਾ ਉਹਨਾਂ ਨੂੰ, ਤੇ ਜਿੰਨੀ ਵੀ ਮੁਸਲਮਾਨ ਕੌਮ ਸੀ ਉਹਨਾਂ ਨੇ ਬਹੁਤ ਸਨਮਾਨ ਦਿੱਤਾ ਸਰਦਾਰ ਪਾਲ ਸਿੰਘ ਪੁਰੇਵਾਲ ਨੂੰ, ਵੀ ਤੁਸੀਂ ਬੜਾ ਚੰਗਾ ਕੰਮ ਕੀਤਾ, ਵੀ ਡੇਟਾਂ ਨਿਸ਼ਚਿਤ ਕਰ ਦਿੱਤੀਆਂ। ਸਿੱਖ ਕੌਮ ਨੂੰ ਵੀ ਤਿਆਰ ਕਰਕੇ ਦਿੱਤਾ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਕੈਲੰਡਰ। 2003 ਵਿੱਚ ਇਸ ਕੈਲੰਡਰ ਦੀ ਪ੍ਰਵਾਨਗੀ ਹੋ ਗਈ। 2003 ਵਿੱਚ ਇਸ ਕੈਲੰਡਰ ਨੂੰ ਪ੍ਰਵਾਨਗੀ ਮਿਲ ਗਈ ਅਕਾਲ ਤਖਤ ਵੱਲੋਂ। 2009 ਤੱਕ ਇਹ ਕੈਲੰਡਰ ਪ੍ਰਵਾਨ ਰਿਹਾ। 6 ਸਾਲ ਇਹ ਕੈਲੰਡਰ ਸਾਡੇ ਸਾਰਿਆਂ ਗੁਰਦੁਆਰਿਆਂ ਵਿੱਚ ਸਾਰਿਆਂ ਥਾਵਾਂ 'ਤੇ ਲਾਗੂ ਹੋਇਆ। ਜਦੋਂ ਇਹ ਕੈਲੰਡਰ ਪ੍ਰਵਾਨ ਹੋਇਆ ਤਾਂ ਸਭ ਤੋਂ ਪਹਿਲਾਂ ਬਿਆਨ ਪਤਾ ਕਿਹਦਾ ਆਇਆ ਸੀ? RSS ਦੇ ਮੁਖੀ ਦਾ। ਹੁਣ ਤੁਸੀਂ ਵੇਖਿਓ ਸਾਡੇ ਗੁਰਦੁਆਰਿਆਂ 'ਚ RSS ਕਿੱਦਾਂ ਕਾਬਜ਼ ਹੈ। ਉਹ ਕਹਿੰਦੇ ਸਾਨੂੰ ਇਹ ਕੈਲੰਡਰ ਤੁਹਾਡਾ ਪ੍ਰਵਾਨ ਹੀ ਨਹੀਂ। ਅੱਛਾ, ਕੈਲੰਡਰ ਬਣਿਆ ਸਿੱਖ ਧਰਮ ਨਾਲ ਸੰਬੰਧਿਤ, ਤੇ ਪ੍ਰਵਾਨ ਕਿਹਨੂੰ ਨਹੀਂ ਭਲਾ? ਉੱਚੀ ਬੋਲੋ ਜੀ। ਕੈਲੰਡਰ ਸੰਬੰਧਿਤ ਆ ਸਿੱਖਾਂ ਨਾਲ, ਤੇ ਪ੍ਰਵਾਨ ਕਿਹਨੂੰ ਨਹੀਂ ਆ? ਇਹਦਾ ਮਤਲਬ ਘੁੰਡੀਆਂ ਕਿੱਥੇ ਜੁੜਦੀਆਂ, ਸੋਚ ਕੇ ਵੇਖੀਆਂ। ਉਹ ਕਹਿੰਦੇ ਸਾਨੂੰ ਪ੍ਰਵਾਨ ਨਹੀਂ ਆ। ਅੱਛਾ, ਇੱਕ ਪ੍ਰਵਾਨ ਨਹੀਂ RSS ਨੂੰ, ਦੂਜਾ ਪ੍ਰਵਾਨ ਨਹੀਂ ਡੇਰੇਦਾਰਾਂ ਨੂੰ। ਡੇਰੇਦਾਰ ਤੇ RSS ਨਾਲ ਇਕੱਠੀ ਰਲ ਗਈ। ਉਹਨਾਂ ਨੇ ਫਿਰ ਥਰੂ ਅਕਾਲ ਤਖਤ ਇਹ 'ਚ ਚੇਂਜ ਕਰਾਤਾ 2009 'ਚ। ਇਹਨੂੰ ਫਿਰ ਬਾਹਰੋਂ ਰਹਿਣ ਦਿੱਤਾ ਨਾਨਕਸ਼ਾਹੀ ਕੈਲੰਡਰ, ਅੰਦਰੋਂ ਸਾਰੀਆਂ ਡੇਟਾਂ ਚੇਂਜ ਹੋ ਗਈਆਂ। ਫਿਰ ਹਰ ਸਾਲ ਤੁਸੀਂ ਵੇਖੋ, ਕਈ ਵਾਰੀ ਇੱਕ ਸਾਲ 'ਚ 2 ਵਾਰੀ ਆ ਜਾਂਦਾ, ਤੇ ਕਈ ਵਾਰੀ ਗੁਰੂ ਗੋਬਿੰਦ ਸਿੰਘ ਦਾ ਇੱਕ ਸਾਲ 'ਚ ਗੁਰਪੁਰਬ ਆਉਂਦਾ ਹੀ ਨਹੀਂ। ਮੈਂ ਪਿੱਛੇ ਜੇ ਇੱਕ ਸਵਾਲ ਕੀਤਾ ਸੀ, ਮੰਨ ਲਓ ਵੀ ਕੱਲ੍ਹ ਨੂੰ ਕੈਨੇਡਾ ਦੇ ਵਿੱਚ ਆਪਣੇ ਪੰਜਾਬੀਆਂ ਦਾ ਬਹੁਤ ਪ੍ਰਭਾਵ ਹੈ। ਕੈਨੇਡਾ ਸਰਕਾਰ ਕਹੇ, ਅਮਰੀਕਾ ਸਰਕਾਰ ਕਹੇ ਕਿ ਪੰਜਾਬੀਓ ਤੁਸੀਂ ਬੜਾ ਵੱਡਾ ਕੰਮ ਕੀਤਾ, ਅਸੀਂ ਤੁਹਾਡੇ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ ਇੱਥੇ ਛੁੱਟੀ ਕਰਨਾ ਚਾਹੁੰਦੇ ਸਰਕਾਰੀ, ਸਾਨੂੰ ਇੱਕ ਡੇਟ ਦੇ ਦਿਓ। ਕੀ ਕਿਹਾ ਕਰਾਂਗੇ ਆਪਾਂ? ਵੀ ਜਦੋਂ ਕੈਲੰਡਰ ਬਣਿਆ ਕਰੂ ਉਦੋਂ ਦੱਸਿਆ ਕਰਾਂਗੇ। ਉਹਨਾਂ ਦਾ 25 ਦਸੰਬਰ ਕ੍ਰਿਸਮਸ ਡੇ ਪੱਕਾ ਹੀ ਹੈ, ਮੀਂਹ ਆਵੇ ਹਨੇਰੀ ਆਵੇ। ਸਾਡੇ ਕਿਉਂ ਨਹੀਂ ਪੱਕੇ ਹੋ ਸਕਦੇ ਜੀ? ਮੈਂ ਵੀ ਨਹੀਂ ਕਹਿੰਦਾ ਤੁਸੀਂ ਜਿਹੜੀ ਮਰਜ਼ੀ, ਪਰ ਇੱਕ ਪੱਕੀ ਕਰ ਲਓ। ਪਰ ਇਹ ਕਹਿਣਾ ਕਿਹਨੇ ਸੀ? ਅਸੀਂ ਤਾਂ ਲੀਡਰ ਨਹੀਂ ਚੰਗਾ ਚੁਣ ਸਕਦੇ, ਸਾਨੂੰ ਤਾਂ ਕੋਈ ਸ਼ਰਾਬ ਦੀ ਬੋਤਲ ਵਿਖਾ ਕੇ ਜਿਹੜਾ ਮਰਜ਼ੀ ਬੱਸ ਚੜਾ ਕੇ ਜਿੱਧਰ ਮਰਜ਼ੀ ਲੈ ਜਾਂਦਾ। ਮਾਫ ਕਰਨਾ, ਅਸੀਂ ਤਾਂ ਅੰਦਰੋਂ ਇੰਨੇ ਡੈਡ ਆ। ਮੈਂ ਹੁਣੇ ਵੇਖ ਰਿਹਾ ਸੀ, ਬੀਬੀਆਂ ਦਾੜੀਆਂ ਵਾਲੇ ਸਾਡੇ ਕੋਲ ਲੀਡਰ ਆਉਂਦਾ ਹੋਵੇ ਨਾ, ਅੰਦੋਲਨ ਨੂੰ ਜਾਣ ਲੱਗਿਆ ਉਧਰ ਕਈ ਬੰਦੇ ਨਹੀਂ ਗਏ, ਰੈਲੀਆਂ ਦੀਆਂ ਰੌਣਕਾਂ ਵਧਾਈਆਂ ਨੇ। ਸਾਡੇ ਕਈ ਵੀਰ
ਕਿੰਨੀ ਵਾਰ ਅੰਦੋਲਨ ਦੇ ਵਿੱਚ ਹਾਜ਼ਰੀ ਭਰ ਚੁੱਕੇ ਨੇ। ਕਿੰਨੀ ਵਾਰ ਤੁਹਾਡੇ ਪਿੰਡ ਵਿੱਚੋਂ ਕਿੰਨੇ ਵੀਰ ਗਏ ਨੇ। ਵੀਰ ਜੀ ਸ਼ਬੇਕ ਸਿੰਘ ਹੁਣੀ ਧੁਨ ਬੈਠੇ ਆ, ਕਿੰਨੀ ਵਾਰ ਉੱਥੇ ਸਮਾਨ ਲੈ ਗਏ ਨੇ। ਤੁਹਾਡੇ ਵਿੱਚੋਂ ਕਿੰਨੇ ਪਰਿਵਾਰਕ ਮੈਂਬਰ ਆਪਣੇ ਪਰਿਵਾਰਾਂ ਸਮੇਤ ਗਏ ਹੋਣਗੇ। ਪਰ ਤੁਹਾਨੂੰ ਪਤਾ ਹੋਵੇਗਾ ਕਈ ਬੰਦੇ ਉੱਥੇ ਇੱਕ ਵਾਰ ਵੀ, ਉੱਚੀ ਬੋਲੋ ਜੀ, ਨਹੀਂ ਗਏ। ਹੁਣ ਸਵਾਲ ਪੈਦਾ ਹੁੰਦਾ, ਕਈ ਵਿਦੇਸ਼ਾਂ 'ਚੋਂ ਆ ਗਏ। ਪਤਾ ਸਾਡੀ ਸੋਚ ਕੀ ਆ ਵੀ ਜੇ ਕਾਨੂੰਨ ਪਾਸ ਹੋ ਗਏ ਤਾਂ ਸਾਰਿਆਂ ਦਾ ਨੁਕਸਾਨ ਹੋਊਗਾ, ਤੇ ਸਾਡਾ ਕੀ ਹੋਣਾ। ਜੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵਕਤ ਸੋਚਦੇ ਕਿ ਸਮਾਜ ਤਰੱਕੀ ਕਰ ਪਾਉਂਦਾ, ਉਹਨਾਂ ਤੋਂ ਸਾਡੇ ਤੋਂ ਬੱਚੇ ਵਾਰ ਦਿੱਤੇ। ਜਿਸ ਪਾਤਸ਼ਾਹ ਦੀ ਆਪਾਂ ਮਿੱਠੀ ਪਿਆਰੀ ਯਾਦ ਵਿੱਚ ਬੈਠੇ ਹਾਂ। ਹੁਣ ਗੱਲ ਸੁਣਿਓ, ਇਹ ਕੱਤਕ 'ਚ ਕਿਉਂ ਆਇਆ? ਇੱਕ ਵਿਸਾਖ ਨੂੰ ਕੱਤਕ ਦੇ ਵਿੱਚ ਕਿਉਂ ਲੈ ਕੇ ਆਏ? ਕਿਉਂਕਿ ਬਿੱਪਰ ਬੜਾ ਤੇਜ਼ ਸੀ। ਜਿਹੜੇ ਬਿੱਪਰ ਦਾ ਗੁਰੂ ਨਾਨਕ ਨੇ ਦਾ ਗੁੱਟ ਫੜਿਆ ਸੀ ਨਾ ਵੀ ਜਨੇਊ ਪਾਉਣਾ ਤੇ ਆਹ ਪਾ, ਹਾਂ ਨਹੀਂ ਪਾਉਣਾ, ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵਟ, ਤੇ ਜਨੇਊ ਤੇ ਇੱਕ ਜਰੀਆ ਸੀ ਜਜਮਾਨ ਦੇ ਘਰ ਪ੍ਰਵੇਸ਼ ਕਰਨ ਦਾ। ਉਹਨੂੰ ਰਾਤ ਨੀਂਦ ਆ ਗਈ ਹੋਏਗੀ, ਉਹ ਤੇ ਰਾਤ ਪਰੇਸ਼ਾਨ ਹੋ ਗਿਆ ਵੀ ਇੱਕ ਮਹਿਤਾ ਕਲਿਆਣ ਦਾਸ ਦੇ ਘਰ ਪੁੱਤਰ ਪੈਦਾ ਹੋਇਆ, ਉਹਨੇ ਅੱਜ ਮੇਰਾ ਜਨੇਊ ਪਾਉਣ ਦੀ ਮੇਰੇ ਤੇ ਸਵਾਲ ਖੜਾ ਕਰ ਦਿੱਤਾ, ਮੇਰੇ ਤੇ ਸਵਾਲ ਪੈਦਾ ਕਰ ਦਿੱਤਾ ਉਹਨੇ। ਉਹਨੂੰ ਰਾਤ ਨੀਂਦ ਆ ਗਈ ਹੋਏਗੀ, ਕਦੀ ਵੀ ਨਹੀਂ। ਉਦੋਂ ਤੋਂ ਉਹਨੇ ਤਹਈਆ ਸ਼ੁਰੂ ਕੀਤਾ, ਜਿਹਨੂੰ ਆਪਾਂ ਵਿਪਰਵਾਦ ਕਹਿੰਦੇ। ਵਿਪਰਾਤ, ਵਿਪਰ ਕੀ ਹੁੰਦਾ ਹੈ? ਵਿਪਰੀਤ, ਗੁਰੂ ਤੋਂ ਉਲਟ ਚੱਲਣਾ। ਪਿਓ ਤੋਂ ਪੁੱਤ ਉਲਟ ਚੱਲੇ, ਵਿਪਰੀਤ। ਵੀ ਪਿਓ ਕਹਿੰਦਾ ਨਸ਼ਾ ਨਾ ਪੀ ਤੇ ਪੁੱਤ ਕਹੇ ਮੇਰਾ ਨਸ਼ੇ ਤੋਂ ਬਿਨਾਂ ਗੁਜ਼ਾਰਾ ਨਹੀਂ। ਵਿਪਰੀਤ ਹੋ ਗਿਆ ਨਾ, ਉਲਟ ਹੋ ਗਿਆ ਕੰਮ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਵਿਪਰ ਨੂੰ ਗੁੱਟ ਫੜ ਲਿਆ ਵੀ ਜੇ ਜਨੇਊ ਪਾਉਣਾ ਤੇ ਆਹ ਪਾ, ਕੀ ਉਹਨੂੰ ਰਾਤ ਨੀਂਦ ਆ ਗਈ ਹੋਏਗੀ? ਉਹਨੇ ਫਿਰ ਬੜੇ ਲੰਬੇ ਤਰੀਕੇ ਦੇ ਨਾਲ, ਪਲੈਨਿੰਗ ਦੇ ਨਾਲ ਇਤਿਹਾਸ ਵਿੱਚ ਰਲਗੱਡ ਕੀਤਾ। ਉਹਨੇ ਕਹਿਤਾ ਵੀ ਜਿਹੜਾ ਕੱਤਕ ਦੇ ਮਹੀਨੇ 'ਚ ਬਾਲਕ ਜਨਮ ਲੈਂਦਾ ਉਹਦੇ ਲੱਛਣ ਚੰਗੇ ਨਹੀਂ ਹੁੰਦੇ। ਉਹਨੇ ਵਿਸਾਖ ਨੂੰ ਚੁੱਕ ਕੇ ਖਿੱਚ ਕੇ ਤੇ ਕੱਤਕ ਦੇ ਮਹੀਨੇ 'ਚ ਲੈ ਆਂਦਾ। ਕਹਿੰਦਾ ਤੁਹਾਡੇ ਗੁਰੂ ਦਾ ਪ੍ਰਕਾਸ਼ ਕਿਹੜੇ ਮਹੀਨੇ 'ਚ ਹੋਇਆ? ਬੋਲ ਕੇ ਦੱਸੋ ਹੁਣ। ਸਰਦਾਰ ਕਰਮ ਸਿੰਘ ਹਿਸਟੋਰੀਅਨ ਪਿੰਡ ਝਬਾਲ ਦੇ ਰਹਿਣ ਵਾਲੇ ਨੇ ਕਿਤਾਬ ਲਿਖੀ ਤੇ ਨਿਰਣਾ ਦਿੱਤਾ, ਕਹਿੰਦੇ ਭਲਿਓ ਤੁਹਾਡੇ ਗੁਰੂ ਦਾ ਪ੍ਰਕਾਸ਼ ਪੁਰਬ 1 ਵਿਸਾਖ ਦਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਨੂੰ ਖਾਲਸੇ ਦੇ ਸਾਜਨਾ ਦਿਵਸ ਲਈ ਚੁਣਿਆ। ਪਰ ਕੀ ਅੱਜ ਸਾਡਾ ਸਮਾਜ ਸਮਝਣ ਨੂੰ ਤਿਆਰ ਹੈ? ਕਿਉਂਕਿ ਸਾਨੂੰ ਪੜ੍ਹਨ ਦਾ, ਵਿਚਾਰਨ ਦਾ ਸ਼ੌਕ। ਸਾਨੂੰ ਕਿੱਡੀ ਮਹਾਨ ਸਤਿਗੁਰੂ ਜੀ ਬਾਣੀ ਲਿਖ ਕੇ ਦੇ ਕੇ ਗਏ। ਅੱਜ ਮਾਰੋ ਧਿਆਨ, ਕਿੰਨਿਆਂ ਨੇ ਸਤਿਗੁਰੂ ਦੀ ਬਾਣੀ ਪੜ੍ਹੀ ਹੈ? ਕਿੰਨਿਆਂ ਨੇ ਆਪਣੇ ਸਤਿਗੁਰ ਦੇ ਬਾਣੀ ਦੇ ਉਪਦੇਸ਼ ਨੂੰ ਪੜ੍ਹ ਕੇ ਤੇ ਵਿਚਾਰ ਕੇ ਵੇਖਿਆ? ਸਾਡਾ ਤੇ ਇਹ ਹਿਸਾਬ ਕਿਤਾਬ ਹੈ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੇਹਧਾਰੀਆਂ ਦੇ ਗਾੜੀ ਮੱਥੇ ਟੇਕਣ ਤੋਂ ਗੁਰੇਜ਼ ਕਰਨ ਨੂੰ ਤਿਆਰ ਨਹੀਂ ਅਜੇ ਤੱਕ। ਇੰਨੀ ਮਾਨਸਿਕਤਾ ਸਾਡੀ ਨੀਵੀਂ ਚਲੇ ਗਈ ਕਿ ਸਾਨੂੰ ਜਿੱਥੇ ਮਰਜ਼ੀ ਕੋ ਮੱਥਾ ਟਿਕਾਉਣ ਲਈ ਲੈ ਜੇ ਅਸੀਂ ਤੁਰ ਪੈਂਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਪਾਵਨ ਸ਼ਲੋਕ ਸੁਣਿਆ ਹੁਣੇ ਹੀ। ਪਾਤਸ਼ਾਹ ਜੀ ਨੇ ਇਸ ਪਾਵਨ ਸ਼ਲੋਕ 'ਚ ਕਿਹਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਸਿਮਲ ਰੁੱਖ ਦੀ ਐਗਜ਼ੈਂਪਲ ਦਿੱਤੀ। ਸਿਮਲ ਰੁੱਖ ਬੜਾ ਲੰਬਾ ਹੁੰਦਾ, ਬੜਾ ਮੋਟਾ ਹੁੰਦਾ, ਤੇ ਪਾਤਸ਼ਾਹ ਜੀ ਕਹਿੰਦੇ ਸਿਮਲ ਰੁੱਖ ਸਰਾਇਰਾ, ਸਰਾਇਰਾ ਕਹਿੰਦੇ ਸਿੱਧਾ, ਅਤ ਦੀਰਘ ਵੱਡਾ, ਅਤ ਮੁੱਚ ਕਹਿੰਦੇ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ। ਪੰਛੀ ਜਦੋਂ ਸਵੇਰੇ ਦਿਨ ਚੜ੍ਹਿਆ, ਸੂਰਜ ਦੀਆਂ ਕਿਰਨਾਂ ਉਸ ਦਰਖਤ ਉੱਤੇ ਪਈਆਂ ਤੇ ਪੰਛੀਆਂ ਨੂੰ ਚਾਅ ਚੜ੍ਹ ਗਿਆ। ਓ ਵੇਖੋ ਕਿੱਡਾ ਸੋਹਣਾ ਦਰਖਤ ਹੈ, ਉੱਥੋਂ ਸਾਨੂੰ ਖੁਰਾਕ ਮਿਲੂ ਖਾਣ ਲਈ। ਜਦੋਂ ਪੰਛੀ ਆਏ, ਉਹਨਾਂ ਆਣ ਕੇ ਉੱਥੇ ਚੁੰਝ ਮਾਰ ਕੇ ਵੇਖੀ। ਚੁੰਝ ਮਾਰ ਕੇ ਵੇਖੀ ਤੇ ਕੀ ਪਤਾ ਲੱਗਾ ਵੀ ਫਲ ਫਿੱਕੇ। ਸਾਰੇ ਬੋਲੋ, ਫਲ ਫਿੱਕੇ, ਫੁੱਲ ਕੰਮ ਨਾਮ ਹੈ। ਯਾਨੀ ਕਿ ਪੰਛੀ ਨੇ ਜਦੋਂ ਆਣ ਕੇ ਚੁੰਝ ਮਾਰ ਕੇ ਵੇਖਿਆ, ਕਹਿੰਦਾ ਫਲ ਵੀ ਫਿੱਕੇ ਆ ਤੇ ਫੁੱਲ ਵੀ ਬਕ ਬਕੇ ਆ ਤੇ ਇਹਦੇ ਤੇ ਪੱਤੇ ਵੀ ਕਿਸੇ ਕੰਮ। ਅੱਛਾ, ਹੈਗਾ ਕਿੱਡਾ ਉੱਚਾ ਲੰਮਾ ਸੀ। ਇਹ ਗੱਲ ਕਿਹਦੀ ਹੋ ਰਹੀ ਭਲਾ? ਗੱਲ ਸਿਮਲ ਰੁੱਖ ਦੀ ਨਹੀਂ ਹੋ ਰਹੀ, ਗੱਲ ਬੰਦਿਆ ਤੇਰੀ ਹੋ ਰਹੀ ਹੈ, ਗੱਲ ਮੇਰੀ ਹੋ ਰਹੀ ਹੈ। ਕਈ ਵਾਰੀ ਅਸੀਂ ਬੰਦੇ ਨੂੰ ਬਾਹਰੋਂ ਬੜਾ ਵੱਡਾ ਵੇਖਦੇ ਹਾਂ, ਬੜਾ ਤਗੜਾ ਵੇਖਦੇ ਹਾਂ, ਬੜਾ ਅਮੀਰ ਵੇਖਦੇ ਹਾਂ। ਅਸੀਂ ਬੰਦੇ ਨੂੰ ਬਾਹਰੋਂ ਬੜਾ ਧਰਮੀ ਵੇਖਦੇ ਹਾਂ, ਪਰ ਜਦੋਂ ਕੋਈ ਸਾਡੇ ਤੇ ਆਸ ਲਾ ਕੇ ਆਉਂਦਾ, ਜਦੋਂ ਸਾਡੇ ਨਾਲ ਵਾਹ ਪੈਂਦਾ, ਉਹ ਕਹਿੰਦਾ ਫਲ ਫਿੱਕੇ ਹੀ ਆ, ਫੁੱਲ ਬਕ ਬਕੇ ਹੀ ਆ, ਇਹ ਤੇ ਕਿਸੇ ਕੰਮ ਜੋਗਾ ਹੈ ਨਹੀਂ। ਕਈ ਵਾਰੀ ਨਾ ਆਪਾਂ ਆਪਣੇ ਰਿਸ਼ਤੇਦਾਰਾਂ ਵੱਲ ਵੇਖਦੇ ਹਾਂ, ਸਾਡੇ ਤੇ ਉੱਦਾਂ ਰਿਸ਼ਤੇਦਾਰ ਸਾਰੇ ਸਾਡੇ ਸਹਿਮਤ ਵਾ, ਪਰ ਜਦੋਂ ਬਿਪਤਾ ਪੈਂਦੀ ਜਿਹੜੇ ਤਗੜੇ ਦਿਖਦੇ ਕਈ ਵਾਰੀ ਹੱਥ ਪਛਾਂ ਖਿੱਚ ਲੈਂਦੇ। ਮਾਤਰ ਰਿਸ਼ਤੇਦਾਰ ਕਈ ਵਾਰੀ ਸਾਡੇ ਨਾਲ ਖਲੋ ਜਾਂਦਾ।
कई बार आप पिंडां 'च वेखिया किसी की घर गड्डी खलोती होवे, अपने घर मरीज होवे, घरे खलोती गड्डी नूं कहणगे ठीक नहीं हैगी। हॉस्पिटल कई बंदे पता लैण जाणगे, जेब 'च पैसे लैके जाणगे नाल, घबराई ना, दस कोई पैसा टका चाहिदा, अगला हथ जोड़दा कहंदा तुसीं आ गए इन्ना ही बड़ा। पर अगले ने पुछया जाके, तो कुछ बंदे पहले जाके अपने रोने रोन लग पैंदे आ भी जे किते मैं माड़ा जा कहता किते मेरे को मदद ना मंग लैण, पहले दस देना भी यार कि साडा बोर खराब हो गया, ट्रैक्टर का पंप खुल गया, वड्डी धी का जिहड़ा सहुरा सी वो चढ़ाई कर गया, उधर बड़ा खर्चा लग गया, भी नाले भी पता लैण आ गए, इन्ना थोड़ा भी साडे कोल है कख नहीं। एक पिंड का सधारण जिहा बंदा पता लैण जांदा हॉस्पिटल, वो कहंदा सरदार साहब पैसा मेरे को है नहीं देण लई तुहानूं, पर जिन्ने दिन तुसीं हॉस्पिटल रहना तुहाडा काम कर दूँ। ਉਹਦਾ ਜਿਹੜਾ ਸਾਥ ਆ, ਉਹਦਾ ਜਿਹੜਾ ਸਹਿਯੋਗ ਆ ਨਾ, ਇੱਕ ਬੰਨੇ ਬੰਦਾ ਲੱਖਾਂ ਰੁਪਈਆ ਲਾ ਦੇ, ਜੋ ਬੰਦੇ ਦੇ ਕੋਲ ਹੈਗਾ ਸੀ ਉਹਨੇ ਤੁਹਾਡੇ ਅੱਗੇ ਰੱਖ ਦਿੱਤਾ। ਜ਼ਿੰਦਗੀ 'ਚ ਬੰਦਾ ਉਹ ਜਿਹੜਾ ਬੰਦੇ ਦੇ ਕੰਮ ਆਉਂਦਾ। ਇੱਕ ਜ਼ਿੰਦਗੀ 'ਚ ਨੋਟ ਕਰਨਾ, ਕਦੀ ਇਹ ਸ਼ਬਦ ਨਹੀਂ ਬੋਲਣਾ ਮੈਨੂੰ ਕਿਸੇ ਦੀ ਲੋੜ ਨਹੀਂ। ਸਿਆਣੇ ਕਹਿੰਦੇ ਆ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ। ਕਈ ਵਾਰੀ ਵੱਡੀਆਂ ਲੱਕੜਾਂ ਅੱਗ ਨਹੀਂ ਫੜਦੀਆਂ ਤੇ ਕੱਖ ਮਰੋੜ ਕੇ ਹੀ ਨਾ ਇੱਦਾਂ ਤੀਲੀ ਲਾ ਕੇ ਵੱਡੀਆਂ ਲੱਕੜਾਂ ਨੂੰ ਲਾਉਣੀ ਪੈਂਦੀ ਹੈ। ਤੇ ਸਿਆਣਿਆਂ ਦੀ ਕਹਾਵਤ ਐਵੇਂ ਨਹੀਂ ਸੀ ਵੀ ਲੋੜ ਤਾਂ ਗਲੀ ਦੇ ਕੱਖਾਂ ਦੀ ਵੀ ਪੈ ਜਾਂਦੀ ਹੈ ਵਕਤ ਆਉਣ ਤੇ। ਇਸ ਕਰਕੇ ਕਦੀ ਹੰਕਾਰ ਨਹੀਂ ਕਰਨਾ। ਸੰਸਾਰ ਅੰਦਰ ਬੰਦੇ ਦਾ ਬੰਦੇ ਤੋਂ ਬਿਨਾਂ ਸਰਦਾ ਨਹੀਂ। ਮੈਂ ਐਗਜ਼ਾਮਪਲ ਦੇਣ ਲੱਗਾ, ਧਿਆਨ ਨਾਲ ਸੁਣਿਓ। ਸਤਿਗੁਰ ਨੇ ਬਾਣੀ 'ਚ ਲਿਖਿਆ, ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ, ਸਾਰੇ ਬੋਲੋ ਜੀ, ਦੇਵਨ ਕੋ। ਸਤਿਗੁਰ ਜੀ ਕਹਿੰਦੇ ਮਨੁੱਖ ਦੀ ਟੇਕ ਨਾ ਲਾ, ਦੇਣ ਵਾਲਾ ਇੱਕ ਰੱਬ ਹੀ ਹੈ। ਕੀ ਸਾਨੂੰ ਬੰਦੇ ਨੂੰ ਬੰਦੇ ਦੀ ਆਸ ਨਹੀਂ ਲਾਉਣੀ ਚਾਹੀਦੀ ਕਿ ਬੰਦਿਆਂ ਤੋਂ ਬਿਨਾਂ ਸਾਡਾ ਸਰਜੂ? ਤੁਸੀਂ ਹੁਣ ਫਸਲ ਬੀਜੀ ਆ, ਕਿਸਾਨ ਨੂੰ ਬੰਦਿਆਂ ਦੀ ਲੋੜ ਪੈਂਦੀ ਆ ਕਿ ਨਹੀਂ ਪੈਂਦੀ? ਬੋਲ ਕੇ ਦੱਸਿਓ ਜੀ। ਪੈਂਦੀ ਆ ਨਾ। ਤੁਸੀਂ ਹਸਪੀਟਲ ਗਏ, ਕੋਈ ਮਰੀਜ਼ ਦਾ ਐਕਸੀਡੈਂਟ ਹੋ ਗਿਆ, ਪਰਿਵਾਰ ਦਾ ਮੈਂਬਰ ਬਿਮਾਰ ਹੋ ਗਿਆ, ਡਾਕਟਰ ਨੇ ਕਿਹਾ 2 ਬੋਤਲ ਖੂਨ ਚਾਹੀਦਾ। ਆਪਾਂ ਫੋਨ ਕਰਦੇ ਹਾਂ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਵੀ ਆਹ ਗਰੁੱਪ ਹੈ। ਅਗਲੇ ਭੱਜੇ ਆਉਂਦੇ ਆ, ਕੋਈ ਰੋਟੀ ਲੈ ਕੇ ਆਉਂਦਾ, ਕੋਈ ਕਹਿੰਦਾ ਮੇਰੇ ਕੋਲ ਮੈਂ ਦਿੰਦਾ ਜੀ, ਮੈਂ ਬਲੱਡ ਬੈਂਕ ਜਾਣਾ, ਮੈਂ ਤੇਰੀ ਹੈਲਪ ਕਰਦਾ। ਤੁਸੀਂ ਰੋਡ 'ਤੇ ਜਾ ਰਹੇ, ਤੁਹਾਡੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਤੁਹਾਨੂੰ ਲੋੜ ਨਹੀਂ ਬੰਦੇ ਦੀ ਕੋਈ ਤੁਹਾਡੀ ਗੱਡੀ ਦਾ ਆਣ ਕੇ ਪੈਂਚਰ ਲਾਵੇ, ਤੁਹਾਡੀ ਗੱਡੀ ਠੀਕ। ਦੱਸਿਓ ਭਲਾ ਬੰਦੇ ਤੋਂ ਬਿਨਾਂ ਸੰਸਾਰ ਦੇ ਵਿੱਚ ਗੁਜ਼ਾਰਾ ਹੈ? ਕਿਉਂ ਸਾਧ ਸੰਗਤ ਜੀ ਬੋਲੋ, ਬੰਦਿਆਂ ਤੋਂ ਬਿਨਾਂ। ਇੱਥੇ ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਉਹ ਕਿਹੜਾ ਐਸਾ ਕੰਮ ਹੈ ਜਿੱਥੇ ਮਹਾਰਾਜ ਕਹਿੰਦੇ ਮਨੁੱਖ ਦੀ ਟੇਕ ਨਾ ਲਈ, ਤੇ ਮਨੁੱਖ ਤੋਂ ਬਿਨਾਂ ਸਰਦਾ ਨਹੀਂ। ਤੁਸੀਂ ਫਸਲ ਬੀਜੀ, ਆਪਾਂ ਬੰਦੇ ਲੱਭਦੇ ਫਿਰਦੇ ਹਾਂ। ਜਦੋਂ ਕਣਕ ਵੱਢਣ ਵਾਲੀ ਹੁੰਦੀ ਆ, ਆਪਾਂ ਬੰਦੇ ਨਹੀਂ ਲੱਭਦੇ ਫਿਰਦੇ। ਤੁਸੀਂ ਰਿਸ਼ਤੇਦਾਰ ਕੋਲ ਜਾਣਾ, ਤੁਹਾਨੂੰ ਪਤਾ ਤੁਸੀਂ ਰੋਜ਼ ਪੱਠੇ ਲੈ ਕੇ ਆਉਂਦੇ ਹੋ, ਖੇਤਾਂ 'ਚ ਕੰਮ ਕਰਦੇ ਹੋ, ਤੁਹਾਨੂੰ ਪਤਾ ਵੀ ਮੈਂ 4 ਦਿਨ ਮੈਨੂੰ ਲੱਗ ਜਾਣੇ, ਮੈਂ ਵਿਆਹ ਚੱਲਿਆ, ਘਰੋਂ ਦੂਰ ਜਾਣਾ। ਤੁਸੀਂ ਕੀ ਕਹਿੰਦੇ ਹੋ? ਭਾਈ 2 ਦਿਨ ਮੇਰੇ ਘਰ ਦਾ, ਬੋਲੋ ਜੀ, ਬੰਦੇ ਦੀ ਲੋੜ ਪੈਂਦੀ ਆ ਨਾ। ਘਰ ਦੇ ਵਿੱਚ ਬੰਦੇ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਹੋ ਜੂ। ਔਰਤ ਤੋਂ ਬਿਨਾਂ, ਬੀਬੀ ਤੋਂ ਬਿਨਾਂ, ਭੈਣ ਤੋਂ ਬਿਨਾਂ, ਮਾਤਾ ਤੋਂ ਬਿਨਾਂ। ਇੱਕ ਦਿਨ ਕੰਮ ਵਾਲੀ, ਮਾਫ ਕਰਨਾ, ਘਰ 'ਚ ਸਾਡੀ ਮਾਤਾ ਜਿਹੜੀ ਬੀਬੀ ਗੋਹਾ ਸੁੱਟਦੀ, ਇੱਕ ਦਿਨ ਉਹੋ ਹੀ ਨਾ ਆਵੇ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਢੇਰ ਲੱਗ ਗਿਆ ਬਈ। ਇੱਕ ਦਿਨ ਕੰਮ ਵਾਲਾ ਲੇਟ ਹੋ ਜਾਏ, ਕੰਮ ਵਾਲਾ ਨਾ ਆਵੇ, ਦੁਕਾਨਦਾਰ ਨੂੰ ਪੁੱਛੋ ਜਿਹੜੇ ਤੂੰ ਦੁਕਾਨ ਤੇ ਸੌਦਾ ਤੋਲਣ ਵਾਲੇ ਰੱਖੇ ਨੇ, ਜੇ ਉਹਨਾਂ ਵਿੱਚੋਂ ਇੱਕ ਬੰਦਾ ਨਾ ਆਵੇ। ਕੱਪੜੇ ਵਾਲੇ ਦੇ ਕੋਲ 10-12 ਬੰਦੇ ਕੰਮ ਕਰਦੇ, ਜੇ ਉਹਨਾਂ ਵਿੱਚੋਂ ਉਹ ਸਾਰੇ ਕਹਿਣ ਅੱਜ ਅਸੀਂ ਨਹੀਂ ਆ ਸਕਦੇ, ਕੱਲਾ ਮਾਲਕ ਕੱਪੜਾ ਵੇਚ ਲੇਗਾ। ਬੋਲ ਕੇ ਦੱਸਿਓ ਜੀ। ਤੇ ਫਿਰ ਇੱਥੇ ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋਏ ਕੇ ਭਗਵਾਨ। ਇਹਦਾ ਮਤਲਬ ਕੀ? ਫਿਰ ਇਹਦੇ ਕੀ ਅਰਥ ਕੀ ਆ? ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਜਿਸ ਮਨੁੱਖ ਦੇ ਕੋਲ ਵੀ ਜਾ ਕੇ ਤੁਸੀਂ ਦੁੱਖ ਰੋਗੇ, ਉਹ ਆਪਣੇ ਦੁੱਖ ਨਾਲ ਹੀ ਭਰਿਆ ਪਿਆ। ਫਿਰ ਇਹਦਾ ਮੀਨਿੰਗ ਕੀ ਹੈ? ਉਹ ਕਿਹੜਾ ਐਸਾ ਵਿਸ਼ਾ ਹੈ ਜਿੱਥੇ ਮਨੁੱਖ ਨੂੰ ਮਨੁੱਖ ਦੀ ਟੇਕ ਨਹੀਂ ਲਾਉਣੀ ਚਾਹੀਦੀ? ਧਿਆਨ ਨਾਲ ਸੁਣਿਓ, ਬੜੀ ਅਹਿਮ ਗੱਲ ਹੈ ਗੁਰੂ ਸਾਹਿਬ ਦੀ। ਵੈਸੇ ਤਾਂ ਸਾਨੂੰ ਬੰਦਿਆਂ ਦੀ ਲੋੜ ਹੈ, ਖੇਤਾਂ 'ਚ ਕੰਮ ਕਰਨਾ ਤਾਂ ਬੰਦਿਆਂ ਦੀ ਲੋੜ ਹੈ, ਤੁਸੀਂ ਕੋਈ ਗੱਡੀ ਚਲਾਉਣੀ ਤਾਂ ਬੰਦਿਆਂ ਦੀ ਲੋੜ ਹੈ, ਘਰ ਦਾ ਕੰਮ ਕਰਨਾ ਤਾਂ ਬੰਦਿਆਂ ਦੀ ਲੋੜ ਹੈ। ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਇੱਕ ਐਸਾ ਵਿਸ਼ਾ ਹੈ ਜਿੱਥੇ ਮਨੁੱਖ ਮਨੁੱਖ ਦੀ ਮਦਦ ਨਹੀਂ ਕਰ ਸਕਦਾ। ਉਹ ਕਿਹੜਾ ਹੈ? ਸੁਣਿਓ ਹੁਣ। ਮੰਨ ਲਓ ਮੈਨੂੰ ਲਾਲਚ ਤੰਗ ਕਰਦਾ ਹੈ, ਮੰਨ ਲਓ, ਧਿਆਨ ਨਾਲ ਸੁਣਿਓ ਹੁਣ, ਇੱਧਰ ਤਵੱਜੋ ਦੇ ਕੇ ਸਾਰੇ ਆਪਣੇ ਆਪ ਨੂੰ ਕਹੋ। ਮੰਨ ਲਓ ਕਿਸੇ ਬੰਦੇ ਨੂੰ ਲਾਲਚ ਤੰਗ ਕਰਦਾ, ਲਾਲਚ ਉਹਨੂੰ ਦੁਖੀ ਕਰਦਾ, ਤੁਹਾਨੂੰ ਲਾਲਚ ਬੜਾ ਦੁਖੀ ਕਰਦਾ ਹੈ। ਇੱਥੇ ਤੁਹਾਡੀ ਕੋਈ ਮਨੁੱਖ ਮਦਦ ਕਰ ਸਕਦਾ? ਬੋਲ ਕੇ ਦੱਸਿਓ ਜੀ ਹੁਣ।
ਮੰਨ ਲਓ ਤੁਹਾਨੂੰ ਕਾਮ ਵਾਸ਼ਨਾਵਾਂ ਤੰਗ ਕਰਦੀਆਂ, ਮਰਦ ਔਰਤ ਵੇਖ ਕੇ ਤੇ ਔਰਤ ਮਰਦ ਵੇਖ ਕੇ ਅੰਦਰ ਮਾੜੇ ਖਿਆਲ ਆਉਂਦੇ ਨੇ। ਇੱਥੇ ਮਾਂ ਬਾਪ, ਭੈਣ ਭਰਾ, ਦੋਸਤ ਮਿੱਤਰ ਕਿਸੇ ਦੀ ਹੈਲਪ ਕਰ ਸਕਦੇ ਆ? ਗੁਰੂ ਅਰਜਨ ਸਾਹਿਬ ਦਾ ਵਾਕ ਹੈ, ਉਨ ਤੇ ਰਾਖੇ ਬਾਪ ਨਾ ਮਾਈ। ਪੰਜਾਂ ਵਕਾਰਾਂ ਤੋਂ ਨਾ ਮਾਂ ਬਚਾ ਸਕਦੀ, ਨਾ ਪਿਓ ਬਚਾ ਸਕਦਾ, ਨਾ ਭਰਾ ਬਚਾ ਸਕਦਾ, ਨਾ ਦੋਸਤ ਮਿੱਤਰ ਬਚਾ ਸਕਦਾ। ਉਨ ਤੇ ਰਾਖੈ, ਸਾਰੇ ਬੋਲੋ, ਉਨ ਤੇ ਰਾਖੈ ਬਾਪ ਨਾ ਮਾਈ। ਉਨ ਤੇ ਰਾਖੈ ਮੀਤ ਨਾ ਭਾਈ। ਨਾ ਮਿੱਤਰ, ਨਾ ਭਰਾ, ਨਾ ਮਾਂ, ਨਾ ਬਾਪ। ਦਰਬ ਸਿਆਣਪ ਨਾ ਓਏ ਰਹਤੇ। ਨਾ ਪੰਜਾਂ ਵਕਾਰਾਂ ਨੂੰ ਪੈਸੇ ਨਾਲ ਹੀ ਤੁਸੀਂ ਕੰਟਰੋਲ ਕਰ ਸਕਦੇ। ਹੁਣ ਕਿਸੇ ਬੰਦੇ ਨੂੰ ਕਾਮ ਵਾਸ਼ਨਾਵਾਂ ਤੰਗ ਕਰਦੀਆਂ, ਕ੍ਰੋਧ ਤੰਗ ਕਰਦਾ, ਲਾਲਚ ਤੰਗ ਕਰਦਾ ਨਾ, ਜਦੋਂ ਜਾਇਦਾਦ ਵੰਡਣ ਲੱਗੇ ਲਾਲਚ ਕਹਿੰਦਾ ਥੋੜ੍ਹਾ ਜਿਹਾ ਹਿੱਸਾ ਵੱਧ ਰੱਖ ਲਾ, ਜਾਂ ਚੰਗੀ ਜ਼ਮੀਨ ਤੂੰ ਰੱਖ ਲਾ, ਮਾੜੀ ਭਰਾ ਨੂੰ ਦੇ ਦੇ। ਕਈ ਵਾਰੀ ਦਿਮਾਗ 'ਚ ਆਉਂਦਾ ਕਿ ਨਹੀਂ ਆਉਂਦਾ? ਬੋਲ ਕੇ ਦੱਸਿਓ ਜੀ। ਆਉਂਦਾ ਨਾ? ਲਾਲਚ ਬੰਦਾ ਕਰਦਾ ਨਾ ਵੀ ਚੰਗਾ ਹਿੱਸਾ, ਤੇ ਜਿਹਦੇ ਲਾਲਚ ਨਹੀਂ ਆਊਗਾ ਉਹ ਕਹੂਗਾ ਨਹੀਂ, ਬਰਾਬਰ ਵੰਡਣਾ, 1 ਰੁਪਈਏ ਦਾ ਇੱਧਰ ਉੱਧਰ ਨਹੀਂ ਕਰਨ ਦੇਣਾ। ਜਦੋਂ ਮੇਰੇ ਭਰਾ ਨੇ ਮੇਰੇ ਤੇ ਛੱਡ ਦਿੱਤਾ ਕਿ ਤੂੰ ਜਿਹੜਾ ਹਿੱਸਾ ਦੇਣਾ ਮੈਨੂੰ ਦੇ ਦੇ, ਤੇ ਮੇਰਾ ਫਰਜ਼ ਬਣਦਾ ਮੈਂ ਥੋੜ੍ਹਾ ਜਿਹਾ ਵੱਧ ਦੇਵਾਂ, ਤਾਂ ਕਿ ਕੱਲ੍ਹ ਨੂੰ ਮਿਹਨਤੀ ਕਰਨ ਲੱਗਿਆ ਅਗਲਾ ਯਕੀਨ ਕਰੇ ਕਿ ਮੇਰੇ ਭਰਾ ਨੇ ਮੇਰੇ ਨਾਲ ਧੋਖਾ, ਉੱਚੀ ਬੋਲੋ, ਨਹੀਂ ਕੀਤਾ। ਹੁਣ ਜਿੱਥੇ ਲਾਲਚ ਤੰਗ ਕਰਦਾ, ਜਿੱਥੇ ਕਾਮ ਵਾਸ਼ਨਾਵਾਂ ਤੰਗ ਕਰਦੀਆਂ, ਸਾਡਾ ਤਾਂ ਸਮਾਜ ਇੱਦਾਂ ਦਾ, ਪੁੱਤਰ ਧੀ ਦਾ ਰਿਸ਼ਤਾ ਕੀਤਾ ਹੋਵੇ ਨਾ, ਮੰਨ ਲਓ ਹੁਣ ਆਪਣੇ ਪੁੱਤਰ ਦਾ ਰਿਸ਼ਤਾ ਕੀਤਾ, ਪਤਾ ਲੱਗਾ ਵੀ ਇਹਨਾਂ ਨੇ ਕਾਰ ਦੇਣੀ ਆ 5 ਲੱਖ ਵਾਲੀ, ਮਗਰੋਂ ਕੋ ਰਿਸ਼ਤਾ ਆ ਗਿਆ। ਸਾਡੇ ਰਿਸ਼ਤਿਆਂ ਦੀ ਬੇਸ ਵੇਖੋ ਕਿਹੜਾ, ਕਹਿੰਦੇ ਮੁੰਡਾ ਅੱਛਾ 8 ਕਿੱਲੇ ਜ਼ਮੀਨ ਆ, ਅੱਛਾ ਨੌਕਰੀ ਕਰਦਾ ਹੈ, ਅੱਛਾ ਫਿਰ ਕਾਰ ਦੇਣੀ ਪੈਣੀ ਹੈ। ਅੱਛਾ ਜਿੰਨੇ ਕਿੱਲੇ ਵਾਧਾ ਓਡੀ ਵੱਡੀ, ਬੋਲੋ ਸਾਧ ਸੰਗਤ ਜੀ, ਸਗੋਂ ਕੰਮ ਉਲਟਾ ਹੋਣਾ ਚਾਹੀਦਾ ਵੀ ਇਹਦੇ ਕੋਲ ਤੇ 8 ਕਿੱਲੇ ਪਹਿਲਾਂ ਹੈਗੇ ਆ। ਅੱਛਾ ਕਹਿੰਦੇ ਸੁੱਖ ਨਾਲ ਕਾਰ ਤੇ ਦੇਣੀ ਪੈਣੀ ਆ ਭਾਈ, 8-9 ਕਿੱਲੇ ਜ਼ਮੀਨ ਆ। ਤੇ ਜੇ ਲੜਕੇ ਦਾ ਬਾਪ ਅੱਗਿਓਂ ਇਹ ਕਵੇ ਵੇਖੋ ਸਰਦਾਰ ਸਾਹਿਬ ਮੈਂ ਸਿਰਫ ਧੀ ਲੈਣ ਆਇਆ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਤੇ ਜਿਹੜੀ ਨੂੰਹ ਵਿਆਹ ਕੇ ਲੈ ਕੇ ਜਾਊਗਾ ਕਿੰਨੀ ਇੱਜ਼ਤ ਹੋਊਗੀ ਉਹਦੀ ਨਜ਼ਰਾਂ 'ਚ, ਵੀ ਮੇਰਾ ਇੱਕ ਪਿਓ ਆ ਜਿਹਨੇ ਮੈਨੂੰ ਜਨਮ ਦਿੱਤਾ, ਦੂਜਾ ਪਿਓ ਮੈਨੂੰ ਆਪਣੇ ਘਰ ਲੈ ਕੇ ਚੱਲਿਆ, ਉਹ ਰਿਸਪੈਕਟ ਕਰੂ, ਉਹ ਆਪਣਾ ਪਿਓ ਵੇਖੂ ਆਪਣੇ ਸਹੁਰੇ 'ਚੋਂ। ਅੱਜ ਘਰਾਂ 'ਚ ਲੜਾਈਆਂ ਕਾਹਦੀਆਂ? ਇੱਕ ਸੁਣਿਓ ਹੁਣ ਧਿਆਨ ਨਾਲ, ਤੁਸੀਂ ਕਿਸੇ ਦਫ਼ਤਰ ਕੰਮ ਕਰਾਉਣ ਜਾਂਦੇ ਹੋ, ਤੁਹਾਡਾ ਉਹ ਕੰਮ ਬਿਨਾਂ ਰਿਸ਼ਵਤ ਤੋਂ ਨਹੀਂ ਕਰਦਾ, ਤੁਹਾਡੇ ਦਿਮਾਗ 'ਚ ਉਸ ਅਫਸਰ ਦੀ ਇਮੇਜ ਬਣ ਜਾਂਦੀ ਹੈ ਨਾ ਵੀ ਇਹ ਅਫਸਰ ਲਾਲਚੀ ਹੈ। ਬੋਲ ਕੇ ਦੱਸਿਓ ਹੁਣ, ਬੋਲੋ ਸਾਧ ਸੰਗਤ ਜੀ, ਬਣ ਜਾਂਦੀ ਕਿ ਨਹੀਂ ਬਣ ਜਾਂਦੀ? ਤੁਹਾਨੂੰ ਕੋ ਉਸ ਅਫਸਰ ਬਾਰੇ ਪੁੱਛਦਾ ਕਿੱਦਾਂ ਦਾ ਅਫਸਰ, ਤੁਸੀਂ ਕੀ ਆਂਦੇ ਹੋ ਭਲਾ? ਬੜਾ ਮਾੜਾ ਲਾਲਚੀ ਅਫਸਰ ਆ। ਅੱਛਾ, ਤੇ ਜਿਹੜੇ ਵਿਚੋਲੇ ਨੇ ਜਾ ਕੇ ਆਖਿਆ ਵੀ ਉਹ ਆਂਦੇ ਆ ਮਾਮੇ ਨੂੰ ਛਾਪ ਪਾ ਦਿਓ, ਤਾਏ ਨੂੰ ਕੜਾ ਪਾ ਦਿਓ, ਪਾਪਾ ਜੀ ਨੂੰ ਵੀ ਮੁੰਦਰੀ ਪਾ ਦਿਓ, ਪ੍ਰਾਹੁਣੇ ਨੂੰ ਘੜੀ ਪਾ ਦਿਓ। ਅੱਛਾ ਲੜਕੀ ਨੂੰ ਸਾਰਾ ਪਤਾ ਲੱਗ ਗਿਆ ਨਾ, ਉਹ ਵੀ ਤਾਂ ਘਰ 'ਚ ਉਸੇ 'ਚ ਜੰਮੀ ਪਲੀ ਆ, ਵਿਚੋਲੇ ਨੇ ਜੋ ਕੁਝ ਸਾਰੇ ਟੱਬਰ ਦੇ ਸਾਹਮਣੇ ਜਾ ਕੇ ਦੱਸਿਆ। ਜੇ ਤੁਹਾਨੂੰ ਅਫਸਰ ਬਾਰੇ ਪਤਾ ਲੱਗ ਗਿਆ ਵੀ ਇਹ ਲਾਲਚੀ ਆ, ਤੇ ਪੇਕੇ ਬੈਠੀ ਲੜਕੀ ਨੂੰ ਨਹੀਂ ਪਤਾ ਲੱਗਾ, ਬੋਲ ਕੇ ਦੱਸਿਓ ਹੁਣ, ਕਿ ਸਹੁਰਾ ਪਰਿਵਾਰ ਸਾਡਾ ਲਾਲਚੀ ਆ, ਤੇ ਫਿਰ ਕਹਿਣਗੇ ਸੇਵਾ ਨਹੀਂ ਕਰਦੀ ਸਾਡੀ। ਬੋਲੋ ਜੀ, ਉਹ ਕਿਉਂ ਕਰੂਗੀ ਸੇਵਾ ਜਦੋਂ ਤੁਸੀਂ ਪਹਿਲਾਂ ਲਾਲਚ ਵਿਖਾਤਾ ਵੀ ਸਾਨੂੰ? ਆ ਕਿੰਨੀਆਂ ਲੋਕਾਂ ਦੀਆਂ ਫੋਨ ਦੀਆਂ ਕਾਲਾਂ ਰਿਕਾਰਡ ਹੋਈਆਂ ਜਿੱਥੇ ਪੈਸੇ ਮੰਗੇ ਜਾ ਰਹੇ ਸੀ, ਜਿੱਥੇ ਕਾਰਾਂ ਮੰਗੀਆਂ ਜਾ ਰਹੀਆਂ ਸੀ। ਉਹ ਭਲਿਓ ਪੁੱਤ ਇੱਦਾਂ ਦੇ ਪੈਦਾ ਕਰੋ, ਉਹਨਾਂ ਨੂੰ ਸਿੱਖਿਆ ਦਿਓ, ਪੁੱਤ ਆਪਣੀ ਕਮਾਈ ਕਰਕੇ ਕਾਰ ਖੁਦ ਖਰੀਦ। ਅੱਜ ਜਿੰਨੇ ਮਰਜ਼ੀ ਗੁਰਪੁਰਬ ਮਨਾਈ ਜਾਓ, ਮਾਫ਼ ਕਰਨਾ ਮੈਂ ਪਹਿਲਾਂ ਗੁਰੂ ਹਜ਼ੂਰੀ 'ਚ ਮਾਫ਼ੀ ਮੰਗਦਾ, ਜਿੰਨੀਆਂ ਮਰਜ਼ੀਆਂ ਢੋਲਕੀਆਂ ਚਿਮਟੇ ਖੜਕਾਈ ਜਾਓ, ਜੇ ਅਸੀਂ ਆਪਣੀ ਜ਼ਿੰਦਗੀ 'ਚੋਂ ਲਾਲਚ ਹੀ ਨਹੀਂ ਕੱਢਣਾ ਤੇ ਸਾਡੇ ਦਿਨ ਮਨਾਇਆ ਦਾ ਅਰਥ ਕੀ ਰਹਿ ਗਿਆ? ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜ਼ਿੰਦਗੀ ਜਿਉਣ ਦਾ ਤਰੀਕਾ, ਤੇ ਜੇ ਉਹ ਲਾਲਚ ਫਿਰ ਦਾਜ ਵਰਗੀਆਂ ਗੰਦੀਆਂ ਲਾਹਨਤਾਂ। ਆ ਥੋੜ੍ਹਾ ਜਿਹਾ ਫਰਕ ਪਿਆ, ਦਾਜ ਦਾ ਰੂਪ ਬਦਲ ਗਿਆ। ਕਦੋਂ? 6.5 ਬੈਂਡ, 7 ਬੈਂਡ, ਹਾਂਜੀ। ਹੁਣ ਲੜਕੇ ਵਾਲੇ ਪੈਸੇ ਚੱਕੇ ਫਿਰਦੇ ਮਗਰ, 6.5 ਵਾਲੀ ਕਿਤੇ ਮਿਲ ਜੇ ਨਾ ਇੱਦਾਂ ਆਂਦੇ ਆ, ਆਂਦੇ ਰੰਗ, ਕਹਿੰਦੇ ਰੰਗ ਨੂੰ ਕੀ, ਰੰਗ ਸਾਰੇ ਰੱਬ ਦੇ ਹੀ ਆ। ਉਹ ਬੋਲੋ ਭਾਈ, ਇੱਦਾਂ ਦੇ ਆ ਨਾ, ਰੰਗ 'ਚ ਕੀ ਰੱਖਿਆ, ਰੰਗ ਸਾਰੇ ਰੱਬ ਦੇ ਹੀ ਆ। ਇੱਥੇ ਰੰਗ ਵੇਖ ਵੇਖ ਕੇ ਰਿਸ਼ਤੇ ਕਰਦੇ ਆ, ਇਹਦਾ ਰੰਗ ਕਾਲਾ ਵਾ, ਇਹਦਾ ਨੱਕ ਟੇਢਾ ਵਾ, ਇਹਦੀਆਂ ਅੱਖਾਂ ਪਤਲੀਆਂ ਮੋਟੀਆਂ ਨਹੀਂ ਹੈਗੀਆਂ, ਇਹਦੀਆਂ ਅੱਖਾਂ ਨਿੱਕੀਆਂ ਨੇ, ਤੇ ਬਾਹਰੋਂ ਜਿਹੜਾ ਮਰਜ਼ੀ ਆ ਜਾਏ।
कभी सोच के वेखिए। फिर लालच वस रिश्ते करके पता की बोलते आ, ढीठ जे हो गए, ये रब ही बनाਉਂਦਾ संजोग इदा। अच्छा रब इदा कलमा फड़ के लिखदा, ਤੁਹਾਡੀ ਧੀ ਨੂੰ 6.5, ਤੁਹਾਡੇ ਪੁੱਤ ਨੂੰ 6.5 वाली 9 बैंड वाली 9 मिल। अच्छा वेखो जे तो होई चंगे परिवार वाली, वो तो सद लू लड़का, तो जे उन्होंने घरों सिखा के तोरिया भी तू चुप करके पक्की हो के फुर हो जाई, इत्थे आपां इन्हां दे पैर नहीं लगन देने, इन्हां मुड़ के भगवंत मान दे मगर तुरे फिरना। इदा ही आ, दस दो जे गलत हाँ तो गलती हुण तुसीं कर बैठे मैनूं सद्दण वाली। गुरबाणी की हजूरी च मैं गल गुरु की हजूरी च कहना, अज लालच सिर चढ़ के बोल रहा कि नहीं बोल रहा, बोलो साध संगत जी। ये भुलेखा दिमाग चो कढ़ दिओ भी इत्थे दुखियां ते उत्थे सुखी होना, ना 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 ना। सुख का संबंध समय स्थान नाल नहीं है, सुख का संबंध तुहाडे अंदर नाल है। मैं तो बाहर भी बंदे रोंदे वेख के, मैं अमेरिका की गल दसदा, कैलीफोर्निया मैं जा रहा सी ते मेरे नाल वीर सी, उन्होंने मोबाइल पर फोन आया किसी बजुर्ग का, कहते भाई साहब नाल आ, कहते हाँ जी कराओ गल जी, गल कराती। कहते पुत्र असीं दुखी बड़े हाँ, साडियां नूहां इत्थे साडी सेवा नहीं करदियां, बड़े तंग आ, स्टेज ते माड़ा जा नूहां नूं भी समझाओ, पुत्तां नूं भी समझाओ बजुर्गों की सेवा करन। मैं शामां नूं हस के कहा, मैं कहा पंजाब वाले बापू कहते अमेरिका आउणा, अमेरिका वाले इत्थे दुखी आ, इत्थों अगे तो देश ही कोई नहीं हैगा, अगे तो टापू ही आ, तुहानूं उत्थे छड्ड आउणे। मैं कहा पंजाब वाले कहते असीं बाहर जाना, ते बाहर वाले की आंदे भला, बोलो जी असीं इत्थे दुखी बड़े हाँ। वो भले सुख का संबंध बंदे दे अंदर नाल है, सुख का संबंध बंदे दे अंदर ना, चंगे कम्मां नाल संबंध है सुख का, सुख का समय स्थान नाल संबंध नहीं हैगा। पर लाल छेड़ छड़ के बोलता। अच्छा उधरों ठाके पैलस बुक किए होंदे आ, एक नवा रिश्ता आ जाता, पहला 4-5 लाख वाली कार वाला रिश्ता होंदा, फिर एक दूजा आंदा वेखो जमीन तुहाडी मोटी आ, लड़का तुहाडा चंगा कमाउंदा, अगलियां 10-11 लाख वाली गड्डी देनी, वेख लो मर्जी अपनी। वो आंदे हुण जवाब किदां देईए, कहंदा लै इत्थे बड़े बड़े लीडर मुकर जांदे, आपां नूं मुकर नूं किहड़ी गल आ, अगले गुड़के हत्थ फड़ के सौंह खा के मुकर जाते हैं। इत्थे पार्लीमेंट दे विच संसद बिल पास करा के बीबा जी उहदे किसानां नासी धूं दे छड्डिया। उन्हां दे आ जिहड़े अज तुरे फिरदे आ ना, उन्हां दे मगर झंडे चुकदे, उन्हां नूं पुछो जाके ये बिल लिआउण वाले ये लोग ने, 750 किसानां दे कातल लोग ये ने, जिन्हां मगर मरियां जमीरां वाले साडे लोग तुरे फिरदे आ। पहला बिल पास कराउण च बैनीफिट दसदे रहे लोग, जदों किसान जागया उन्हें सारा देश जगाता। हुण पता की आंदे आ, असीं ते पहले ही कहा सी, हुण तां रोंदे होणे आ भी मोदी जे तू रादी करना सी साडा मूँह काला क्यों कराया। वो बोलो भाई है कि नहीं है। उन्हें किसी को क्रैडिट नहीं दिता, उन्हें बस इदा मूँह जा लमका के कहता मैं सारे देशवासियों कोलों माफ़ी मंगदा। पर साडियां बंदियां नूं कदों समझ आऊगी, असीं झंडे चक्की फिरदे हां पार्टियां दे। गुरु की बाणी पढ़ो, समझो, विचारो। सहित भरा जिहड़ा सानू गुरु ने विचार बख्शिश की है, जिहड़ी अणख गैर दी है, साड़ी ते खत्म कर दी। नशियां च पै गए हम, असीं अपने आप नूं दूजे बन्ने लैके तुर पे, को देहधारी प्रथा दे मगर तुरिया फिरदा। गुरु पातशाह जी ने किड्डी वड्डी विचार दित्ती, सानू जिंदगी जीण दा तरीका दिता। जुबान बड़ी वड्डी चीज़ हुंदी है। पुराने बजुर्ग ना बड़े चंगे सी इन्हां गल्लां तो, ਜਿਹੜੇ पुराने बजुर्ग से एक शब्द बोलते होंदे सी, मैं किसी दी धी वेख के निंद के घर वापस नहीं आना, क्योंकि मेरे घर भी धीआं ने। क्यों जी ये शब्द बोलते सी ना। अज बेशर्मी दियां हद्दां ही पार हो गई। कई बीबियां तुसीं वेखो अज नूं मिलनी हुंदियां किदां चूड़ियां गांह हत्थ करके। अच्छा विचोले नूं सारा क्या हुंदा कि पापा जी नूं मुंदरी पा दिओ, जो पाउण लगदा ना लड़के दा, लड़की दा पिता लड़के नूं मुंदरी, लड़के दे पिता नूं मुंदरी। तो इदा हुण सारे नाल पिंड दे भी गए हुंदे, उदों रहण दो, इहदी की लोड़ आ, रहण दो। लागे विचोला मरन वाला होया, कहंदा मेरी जान खाधी पई सी भी पापे जी दी उंगलां मोटियां, मुंदरी मोटी बनाए थोड़ी जी। वो लागे मरन वाला होया पिया, कहंदा भी वेख किड्डा दोगला करदार आ, मैनूं पहिलां कहा भी इन्ना समान दिओ, ते हुण की आंदे भला सारे सामने। बोलो जी, क्योंकि कैमरा मूवी च बनता ना, सारी रिकॉर्डिंग करते अगले असीं। सोच बदलो प्यारे। बाणी च लिखिया, ये तन सबो रत है, ये तन सारा खून नाल भरिया पिया, रत बिन, बोलो सारे, रत बिन तन ना होए।
खून तो बिना तन नहीं हैगा। खून माड़ा जिहा एक्सीडेंट होवे तो खून वग जाता ना, तुसीं वेखिआ जो बंदे दा एक्सीडेंट होंदा तो किन्ना खून जिहड़ा चला जाता। फिर डॉक्टर कहता भी ऑपरेशन थिएटर च ले जाण तो पहलां कहते खून का प्रबंध करो जी, इन्ना खून चाहिए। पातशाह कहते जो शहर अते अपने तिन तन लोभ रत न होए। ਜਿਹੜੇ मालक के रंग में रंगे आ उन्हां दे विच बाकी खून तो हुंदा पर लालच वाला खून नहीं हुंदा। क्योंकि भै पै तन खीण होए और रब के निर्मल भौ च भै पै तन खीण परमेश्वर के निर्मल भौ च वो लिस्से हो जाते हैं, कमज़ोर हो जिवें किसी बंदे दा खून वग जा सट ना, आपां नहीं कहते कमज़ोरी आ गई आ काफ़ी खून वग गया। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਲਾਲਚ ਦਾ खून नहीं ਹੁੰਦਾ वो कमज़ोर ਹੁੰਦਾ। भला ਕਿਹੜੇ ਕੰਮ ਨੂੰ? ਉਹ ਰਿਸ਼ਵਤ ਦੇ ਪੈਸੇ नहीं फड़ सकता, ਉਹ ਦਾਜ ਦੀ ਮੁੰਦਰੀ नहीं ਪਵਾ सकता। ਉਹ ਕਹਿੰਦਾ मैं कमज़ोर हाँ, मेरे को मुंदरी पैनी नहीं क्योंकि लालच वाला खून मेरे अंदर। उच्ची बोल के दस्यो हुण, बोलो जी, है नहीं गा। दूजा खून हैगा मेरे च पर लालच वाला खून है नहीं। भै पै तन खीण होए लोभ रत विचों जाए, ज्यों बसंतर धात शुद्ध होए। जिवें अग सोने की मैल साफ कर दिंदी। तुसीं वेखिआ कुठाली च पए सोने नूं जिवें सुनियारा नूं अग ते रखदा ना, सोने विचों मैल निकलदी है। ज्यों बसंतर आ कपड़े जदों आपां सर्दियां च नखेरने होण ते की करीदा भला? गर्म पानी च पाईदा, कोसे पानी च मैल छेती निकलदी है। कहंदे इदां ही ज्यों बसंतर धात शुद्ध होए त्यों हर का भौ दुरमत मैल गवाए। जिवें अग सोने की मैल खत्म कर दिया तो सोने नूं शुद्ध कर दिया, परमेश्वर का निर्मल भौ साडे अंदर नूं शुद्ध करदा है, साडे अंदर नूं साफ करदा है। तो जो बंदा अंदरों साफ हो जाए ना, फिर तो जमीन ते भी नींद आ जाती है, फिर तो लाने जे मंजे ते भी नींद आ जाती है। जे अंदरों मैल निकली ना फिर बैड भावें 50,000 का लै आई, रात को एक बारी अख खुल गई तो मुड़ के अख बंद नहीं होनी। तो सवेरे उठ के डॉक्टर को कई वेख्यो डॉक्टर को जाके पता करेंगे डॉक्टर साहब नींद नहीं आती, ये कोई बीमारी है? क्यों साध संगत जी, नींद ना आना कोई बीमारी भला नहीं ना हैगी। पता क्यों नहीं सौ पा रहा बंदा? काम पुठे कीते आ। कई कह साडे पापा जी बैड ते ही इदा सोफे ते बैठे बैठे ही। हाँ जी, चलाओ जनरेटर बई, पहले ही चला दो मेरा वीर। सारे पढ़ लो। बाणी गुरु गुरु है बाणी, बाणी गुरु गुरु है बाणी। बाणी गुरु गुरु है बाणी, बाणी गुरु गुरु है बाणी। वाह वाह। विच बाणी अमृत सारे, विच बाणी अमृत सारे। गुरबाणी कह सेवक जन मानै, गुरबाणी कह सेवक जन मानै। परतख गुरु निस्तारे, परतख गुरु निस्तारे। आपां गल कर रहे सी, गुरु पातशाह जी ने बहुत प्यारा बचन कहा, ज्यों बसंतर धात शुद्ध होए त्यों हर का भौ दुरमत मैल गवाए। इदां ही परमेश्वर का निर्मल भौ साडे विचों मैल दूर करता है। जिवें कोसा पानी गर्म पानी कपड़ियां दी मैल कढ़दा, इदां ही परमेश्वर का नाम जिहड़ा है वो साडे जीवन चों मैल बाहर कढ़दा। ते अज जिहड़ी मैल है ना, ये बंदे नूं सौण नहीं दिंदी। तुसीं कदी नोट करियो, कदी किसी सुनियारे वीर को जाके पुछियो, जिन्ना सोने च मैल वध होएगी उन्ना ही वो कुठाली च पिया सोना भुड़केगा। जिन्नी उह च मैल वध होऊ उन्ना ही वो भुड़कदा वाधा कुठाली च। अच्छा, जदों उहदे चों मैल निकल गई उन्हें टिक जाना। आ जिहड़े बंदे टपू टपू करते फिरदे, कदी उस बाबे को, कदी उस बाबे को, कदी उस बाबे को, कदी उत्थे मत्था टेक, कदी उत्थे खीर चढ़ा, कदी उस मगर तुर पा। उन्हां ते तरस करो कि विचारियां च मैल अजे ज़्यादा। जिदन मैल निकल गई ना
ਉਹ ਦਿਨ ਐਸ ਗੁਰੂ ਤੋਂ ਬਿਨਾਂ ਦੂਜੇ ਅੱਗੇ ਸਿਰ ਝੁਕਾਉਣ ਦੀ ਲੋੜ ਪੈਣੀ ਨਹੀਂ। ਦੁਬਾਰਾ ਬੋਲਾਂ ਜੀ, ਇੱਧਰ ਧਿਆਨ ਦਿਓ। ਜਿੱਦਣ ਮੈਂ ਨਿਕਲ ਗਈ ਉਹ ਦਿਨ ਮਹਾਨ ਸਤਿਗੁਰ ਦੇ ਚਰਨਾਂ 'ਚ ਨਮਸਕਾਰ ਕਰਕੇ ਮੈਨੂੰ ਕਿਸੇ ਦੂਜੇ ਦੇ ਗਾੜੀ ਸਿਰ ਝੁਕਾਉਣ ਦੀ ਲੋੜ, ਉੱਚੀ ਬੋਲੋ ਪਿਆਰਿਓ, ਪੈਣੀ ਨਹੀਂ। ਕਿਉਂ? ਉਹ ਕਹੂਗਾ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਅੱਛਾ, ਪਰਸੋਂ ਪਾਠ ਧਰਾਇਆ, ਆਪਣੇ ਘਰਾਂ 'ਚ ਆਮ ਹੀ ਹੁੰਦਾ ਪਾਠ ਧਰਾਇਆ, ਪਰਸੋਂ ਪਾਠ ਧਰਾਇਆ। ਪਾਠ ਚੱਲਦਾ ਚੱਲਦਿਆਂ ਜਿਹੜੇ ਪਰਿਵਾਰ ਕਿਸੇ ਬਾਬੇ ਨੂੰ ਮੰਨਦੇ ਆ, ਬਾਬੇ ਨੂੰ ਕਹਿੰਦੇ ਸਾਡੇ ਘਰ ਬਾਬਾ ਜੀ ਤੁਸੀਂ ਵੀ ਚਰਨ ਪਾਓ। ਉਹ ਪਾਠ ਚੱਲਦਿਆਂ ਬਾਬਾ ਜੀ ਵੀ ਆ ਜਾਂਦੇ ਆ। ਬਾਬਾ ਜੀ ਪਹੁੰਚ ਗਏ। ਹਾਂਜੀ ਚਲਾ ਦਿਓ ਮੇਰਾ ਵੀਰ, ਟਾਈਮ ਭੱਜਾ ਜਾਂਦਾ। ਅਸੀਂ ਬੜਾ ਦੂਰ ਜਾਣਾ ਜੀ, ਦਿੱਲੀ ਜਾਣਾ ਮੁੜ ਕੇ। ਚੱਲਦਾ ਰਹਿਣ ਦੋ 2 ਮਿੰਟ, ਆਪੇ ਹੋ ਜਾਂਦਾ। ਅੱਛਾ ਚਲੋ ਇੱਧਰ ਚਲਾ ਦਿਓ। ਹੋ ਗਿਆ? ਵਾਹਿਗੁਰੂ ਵਾਹਿਗੁਰੂ, ਹੋ ਗਿਆ। ਹਾਂਜੀ ਸਾਥ ਜੀ ਧਿਆਨ ਦਿਓ ਜੀ, ਲਾਈਟ ਹੀ ਬਹੁਤ ਖ਼ਰਾਬ ਕਰ ਰਹੀ ਹੈ, ਤਵੱਜੋ ਦੇ ਕੇ ਸੁਣਿਓ। ਮੰਨ ਲਓ ਪਾਠ ਰੱਖਿਆ, ਬਾਬਾ ਜੀ ਆ ਗਏ, ਮਹਾਰਾਜ ਨੂੰ ਨਮਸਕਾਰ ਕੀਤੀ, 10-15 ਮਿੰਟ ਬੈਠੇ ਤੇ ਬਾਬਾ ਜੀ ਆਪਣੇ ਵੱਖਰੇ ਕਮਰੇ 'ਚ ਪਰਿਵਾਰ ਵਾਲਿਆਂ ਚਿੱਟੀ ਚਾਦਰ ਵਿਛਾਤੀ, ਸਾਰਾ ਟੱਬਰ ਜਾ ਕੇ ਬਾਬਾ ਜੀ ਦੇ ਪੈਰਾਂ 'ਚ ਬਹਿ ਗਿਆ। ਤੇ ਗ੍ਰੰਥੀ ਸਿੰਘ ਪਾਠ ਕਰਦਾ ਸੋਚਦਾ ਕਿ 35 ਮਹਾਂਪੁਰਖ ਸਾਡੇ ਘਰ ਆਏ ਆ, ਅਸੀਂ ਪਾਠ ਕਰ ਰਹੇ ਹਾਂ, 5-6 ਗ੍ਰੰਥੀ ਪਰਸੋਂ ਤੋਂ ਪਾਠ ਕਰ ਰਹੇ ਹਾਂ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਕੋਈ ਯਕੀਨ ਨਹੀਂ। ਬਾਬੇ ਦੇ ਅੱਗੇ ਫੇਰ ਹੱਥ ਜੋੜ ਕੇ ਬੈਠੇ ਆ। ਤੇ ਉਹਨੂੰ ਪਤਾ, ਕਹਿੰਦੇ ਕਿਰਪਾ ਕਰੋ ਜੀ, ਪਰਸੋਂ ਬਰਾਤ ਆਉਣੀ ਆ, ਸੁੱਖ ਰੱਖੋ ਜੀ, ਮਿਹਰ ਕਰੋ ਜੀ, ਇੱਦਾਂ ਉਹਦੇ ਗਾੜੀ ਤਰਲੇ ਲਈ ਜਾਂਦੇ, ਅਰਦਾਸਾਂ ਕਰੀ ਜਾਂਦੇ ਆ। ਤੇ ਸਾਡਾ ਟੱਬਰ ਪਤਾ ਕੀ ਸੋਚ ਰਿਹਾ ਕਿ ਸਭ ਬਾਬਾ ਜੀ ਦੀ ਕਿਰਪਾ ਨਾਲ ਹੋਈ ਜਾਂਦਾ। ਗੁਰੂ ਗ੍ਰੰਥ ਸਾਹਿਬ ਛੱਡ ਕੇ ਅਸੀਂ ਬੰਦਿਆਂ ਦੇ ਪੈਰਾਂ 'ਚ ਬੈਠੇ ਹਾਂ। ਇੱਕ ਵਾਰ ਕਦੀ ਸੋਚ ਕੇ ਵੇਖਿਆ ਸਾਡੀ ਸੋਚ ਕਿੱਥੇ ਖਲੋਤੀ ਹੋਈ ਆ? ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਆਪਣੇ ਘਰਾਂ 'ਚ ਪੋਥੀਆਂ ਰੱਖੋ। ਮੈਂ ਨਹੀਂ ਕਹਿੰਦਾ ਤੁਹਾਡੇ ਘਰ ਕੋਈ ਆਵੇ ਉਹਨੂੰ ਫਤਿਹ ਬੁਲਾਓ, ਤੁਹਾਡਾ ਉਹੋ ਹੀ ਸੋਫਾ ਜਿਹਦੇ ਤੇ ਤੁਸੀਂ ਰੋਜ਼ ਬਹਿੰਦੇ ਹੋ, ਉਹੀ ਬੈੱਡ ਹੈ ਜਿਹਦੇ ਤੇ ਤੁਸੀਂ ਰੋਜ਼ ਬਹਿੰਦੇ ਹੋ, ਪਰ ਜਦੋਂ ਬਾਬਾ ਬੈਠਾ ਹੋਵੇ ਤੁਹਾਡਾ ਉਹਦੇ ਲਾਗੇ ਬਹਿਣ ਦੀ ਹਿੰਮਤ ਪੈ ਰਹੀ ਆ? ਕਿਉਂ ਸਾਧ ਸੰਗਤ ਜੀ? ਸਾਧ ਜੀ, ਦਾਦਾ ਜੀ ਮੰਜੇ ਤੇ ਬੈਠੇ ਹੁਣ, ਪੋਤਰਾ ਦਾਦੇ ਦੀ ਮੰਜੀ ਤੇ ਚੜ੍ਹ ਜਾਂਦਾ ਕਿ ਨਹੀਂ ਚੜ੍ਹ ਜਾਂਦਾ? ਬੋਲ ਕੇ ਦੱਸਿਓ ਜੀ। ਦਾਦੀ ਮੰਜੇ ਤੇ ਬੈਠੀ ਹੋਵੇ, ਪੋਤਰੇ ਪੋਤਰੀਆਂ ਦਾਦੀ ਦੇ ਮੰਜੇ ਤੇ ਬਹਿ ਜਾਂਦੇ ਆ ਨਾ? ਬੋਲੋ ਭੈਣੋ। ਮਾਂ ਦੇ ਮੰਜੇ ਤੇ ਪੁੱਤ ਪੋਤਰੇ ਬੱਚੇ ਆਣ ਕੇ ਬਹਿ ਜਾਂਦੇ ਆ ਨਾ? ਪਿਤਾ ਦੀ ਮੰਜੀ ਤੇ ਬੱਚੇ ਬਹਿ ਜਾਂਦੇ ਆਣ ਕੇ। ਤੇ ਜਿਹੜੀ ਮੰਜੀ ਤੇ ਬਾਬਾ ਜੀ ਬੈਠੇ ਹੁਣ, ਭਲਾ ਹੁਣ ਦੱਸਿਓ ਕਿਉਂ ਜੀ? ਬੋਲੋ ਭਾਈ। ਬਹਿੰਦੇ ਆ ਜੀ ਬਰਾਬਰ? ਕਿਉਂ ਨਹੀਂ ਬਹਿੰਦੇ? ਹੁਣ ਮੇਰਾ ਸਵਾਲ ਆ, ਕਿਉਂ ਨਹੀਂ ਬਹਿੰਦੇ? ਜਾਂ ਤੇ ਬਾਬਾ ਹੈ ਹੀ ਬਹੁਤਾ ਮਾੜਾ ਵੀ ਉਹਦੇ ਲਾਗੇ ਬਹਿਣ ਨੂੰ ਜੀ ਨਹੀਂ ਕਰਦਾ। ਹੁਣ ਮੈਂ ਦੂਜੇ ਬੰਨੇ ਤੁਰੂ ਤਾਂ ਹੀ ਸੂਤਰ ਆਊ ਕੰਮ। ਤੇ ਜਾਂ ਬਾਬਾ ਹੈ ਏਡਾ ਉੱਚਾ ਵੀ ਅਸੀਂ ਉਹਦੇ ਯੋਗ ਨਹੀਂ ਸਮਝਦੇ। ਕਿਉਂ ਸਾਜ? ਦੋਵਾਂ 'ਚੋਂ ਇੱਕ ਚੀਜ਼ ਮੰਨਣੀ ਪਊ। ਉਹ ਭਲਿਓ ਇਹ ਭਰਮ ਨਾ ਪਾਲੋ। ਗੁਰੂ ਨਾਨਕ ਸਾਹਿਬ ਸਾਰੀ ਦਿਹਾੜੀ ਪ੍ਰਚਾਰ ਫੇਰੀਆਂ ਕਰਦੇ ਆ ਕੰਮ। ਜਦੋਂ ਸ਼ਾਮਾਂ ਨੂੰ ਪ੍ਰਸ਼ਾਦਾ ਛਕਦੇ ਹੋਣਗੇ, ਭਾਈ ਮਰਦਾਨੇ ਨੂੰ ਕਹਿੰਦੇ ਹੋਣਗੇ ਤੂੰ ਪਰਾਂ ਹੋ ਕੇ ਬਹਿ ਜਾ, ਉੱਥੇ ਬਹਿ ਕੇ ਰੋਟੀ ਖਾ, ਇੱਦਾਂ ਕਹਿੰਦੇ ਹੋਣਗੇ? ਬੋਲ ਕੇ ਦੱਸਿਓ। ਆ ਜਾ ਮਰਦਾਨੇ, ਆਪਾਂ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ। ਇੱਥੇ ਭਾਂਡੇ ਵੱਖਰੇ ਰੱਖੇ ਹੋਏ ਆ, ਉਹਨੇ ਹੱਥ ਲਾਤਾ ਮੈਂ ਰੋਟੀ ਨਹੀਂ ਖਾਣੀ, ਆਪਣਾ ਵੱਖਰਾ ਭੋਜਨ ਛਕਣਾ। ਅਸੀਂ ਕਿੱਥੇ ਬੈਠੇ ਕਿੱਥੇ ਆ? ਗੁਰੂ ਦੀ ਬਾਣੀ ਪੜ੍ਹੋ। ਗੁਰੂ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਜੋ ਵਿਚਾਰ ਦਿੱਤਾ, ਆਪਣੀ ਜ਼ਿੰਦਗੀ 'ਚ ਗੁਰੂ ਦੀ ਵਿਚਾਰ ਨੂੰ ਲੈ ਕੇ ਆਓ। ਜੋ ਸਿਧਾਂਤ ਸਾਨੂੰ ਗੁਰੂ ਸਾਹਿਬ ਦੀ ਬਾਣੀ ਨੇ ਬਖਸ਼ਿਸ਼ ਕੀਤਾ, ਆਪਣੀ ਜ਼ਿੰਦਗੀ ਵਿੱਚ ਉਹ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਆਪਾਂ। ਹੁਣ ਪਾਤਸ਼ਾਹ ਕਹਿੰਦੇ ਸਿਮਲ ਰੁੱਖ ਸਰਾਇਰਾ। ਸਿਮਲ ਰੁੱਖ ਬੜਾ ਸਿੱਧਾ ਹੈ, ਲੰਬਾ ਹੈ, ਚੌੜਾ ਹੈ, ਅਤ ਦੀਰਘ ਅਤ ਮੁੱਚ। ਓਏ ਜਿਵੇਂ ਆਸ ਕਰ, ਪੰਛੀ ਆਉਂਦੇ ਆਸ ਲਾ ਕੇ, ਜਾਏ ਨਰਾਸੇ ਕਿਤ ਫਲ ਫਿੱਕੇ। ਜਦੋਂ ਹੀ ਉਹ ਚੁੰਝ ਮਾਰ ਕੇ ਵੇਖਦੇ ਆ, ਕਹਿੰਦੇ ਫਲ ਫਿੱਕੇ ਫੁੱਲ ਬੱਕ ਬੱਕੇ। ਫਲ ਫਿੱਕੇ ਆ ਤੇ ਫੁੱਲ ਬੱਕ ਬੱਕੇ, ਕੰਮ ਨਾਮ ਹੈ ਪਤ। ਤੇ ਪਾਤਸ਼ਾਹ ਅੱਗੇ ਕਹਿੰਦੇ ਮਿੱਠਤ ਨੀਵੀਂ,
ਨੀਵਾਂ ਰਹਿਣਾ ਸਭ ਤੋਂ ਵੱਡੀ ਮਿਠਾਸ ਆ। ਲੋਕ ਕਹਿੰਦੇ ਨਾ ਗੁੜ ਮਿੱਠਾ ਹੈ, ਖੰਡ ਮਿੱਠੀ ਆ, ਸ਼ਹਿਦ ਮਿੱਠਾ ਵਾ। ਨਹੀਂ ਨਹੀਂ, ਇਹ ਚੀਜ਼ਾਂ ਇੰਨੀਆਂ ਮਿੱਠੀਆਂ ਨਹੀਂ ਹੈਗੀਆਂ। ਬੰਦੇ ਦੇ ਕੋਲ ਜਿੰਨਾ ਮਰਜ਼ੀ ਧਨ ਦੌਲਤ ਹੋਵੇ, ਇੱਦਾਂ ਦਰਮਿਆਨੇ ਬੰਦੇ ਨੂੰ ਜੱਫੀ ਪਾ ਕੇ ਮਿਲੇ, ਇਹਦੇ ਨਾਲ ਦੀ ਮਿਠਾਸ ਦੁਨੀਆ 'ਤੇ ਬਣੀ ਕੋਈ ਨਹੀਂ। ਕਿਉਂ ਸਾਧ ਸੰਗਤ ਜੀ? ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਗਏ ਸੀ ਨਾ, ਭਾਈ ਲਾਲੋ ਨੂੰ ਉਮੀਦ ਥੋੜ੍ਹਾ ਹੈਗੀ ਸੀ ਵੀ ਗੁਰੂ ਨਾਨਕ ਸਾਹਿਬ ਮੇਰੇ ਘਰ ਆ ਸਕਦੇ। ਜਾ ਕੇ ਦਰਵਾਜ਼ਾ ਖੜਕਾਇਆ, ਜੱਫੀ ਪਾ ਕੇ ਮਿਲੇ। ਮੈਂ ਕਹਿੰਦਾ ਉਹਦੇ ਵਾਸਤੇ ਉਸ ਦਿਨ ਤੋਂ ਵੱਡਾ ਦੁਨੀਆ 'ਤੇ ਦਿਨ ਹੋਣਾ ਹੀ ਕੋਈ ਨਹੀਂ। ਆ ਸਾਡੇ ਲੀਡਰ ਤਾਂ ਉਦੋਂ ਜਾਂਦੇ ਨੇ ਜਦੋਂ ਵੋਟਾਂ ਆਉਂਦੀਆਂ। ਇਹ ਜੀ ਸਾਡੇ ਨਾਲ ਤਾਸ਼ ਖੇਡਦਾ ਜੀ, ਇਹ ਸਾਡੇ ਘਰ ਰੋਟੀ ਖਾ ਗਿਆ ਜੀ ਆਣ ਕੇ। ਕਿਉਂ ਸਾਧ ਸੰਗਤ ਜੀ ਬੋਲੋ? ਵੋਟਾਂ ਵੇਲੇ ਕਰਦੇ ਉਹਨਾਂ ਨੂੰ ਪਤਾ ਵਾ ਵੀ ਅਗਲੇ ਪੂਰੀ ਪਲੈਨ ਦੇ ਨਾਲ ਵੀ ਫਲਾਣੇ ਘਰ ਰੋਟੀ ਖਾ ਗਏ। ਵੇਖੋ ਜੀ ਇੱਦਾਂ, ਇਹ ਸਿਰਫ ਇੱਕ ਟਰੈਂਡ ਹੈ ਲੋਕਾਂ ਨੂੰ ਨਾਲ ਜੋੜਨ ਲਈ ਵੀ ਲੋਕ ਕਹਿਣ। ਪਰ ਗੁਰੂ ਨਾਨਕ ਸਾਹਿਬ ਨੇ ਇੱਦਾਂ ਦਾ ਕੰਮ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ। ਜਿੱਥੇ ਨੀਚ ਸੰਭਾਲੀਆਂ, ਜਿੱਦਣ ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਸੀਸ ਲੈ ਕੇ ਦਿੱਲੀ ਤੋਂ ਪੰਜਾਬ ਦੀ ਧਰਤੀ ਨੂੰ ਆਉਂਦਾ ਹੈ, ਜਦੋਂ ਮਾਤਾ ਗੁਜਰ ਕੌਰ ਜੀ ਆਪਣੀ ਝੋਲੀ 'ਚ ਪਾਉਂਦੇ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਜੀਵਨ ਸਿੰਘ ਜੀ ਨੂੰ ਇੱਦਾਂ ਜੱਫੀ 'ਚ ਲੈਂਦੇ ਨੇ, ਪਿਆਰ ਕਰਦੇ ਨੇ। ਅਤੇ ਅੱਜ ਇੱਥੇ ਅਸੀਂ ਸਮਾਜ ਵਿੱਚ ਬਰਤਨ ਵੱਖਰੇ ਕਰ ਛੱਡੇ ਆ, ਤੇ ਹੁਣ ਫਰਕ ਪਿਆ ਹੈ ਥੋੜ੍ਹਾ ਬਹੁਤਾ ਜਾਤ ਪਾਤ ਵਹਿਮ ਭਰਮ। ਇਸ ਅੰਦੋਲਨ ਨੇ ਬੜਾ ਕੁਝ ਸਾਫ਼ ਕਰ ਦਿੱਤਾ, ਜਿੱਥੇ ਸਾਰੇ ਇਕੱਠੇ ਹੋ ਕੇ ਬੈਠੇ ਨੇ, ਕੋਈ ਪ੍ਰਸ਼ਾਦਾ ਵਰਤਾਉਣ ਵਾਲਾ, ਕੋਈ ਲੰਗਰ ਛਕਾਉਣ ਵਾਲਾ, ਸਾਰੇ ਇਕੱਠੇ ਹੋ ਕੇ ਇਹ ਆਪਣੇ ਦਿਮਾਗ 'ਚੋਂ ਜ਼ਹਿਰ ਕੱਢੋ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਕੱਲਾ ਤੀਲਾ ਘਰ ਸਾਫ਼ ਨਹੀਂ ਕਰ ਸਕਦਾ। ਜਦੋਂ 100 50 200 ਤੀਲਾ ਇਕੱਠਾ ਕਰੀਦਾ, ਉਹਦਾ ਘੁੱਟ ਕੇ ਲੱਕ ਬੰਨ੍ਹ ਦਈਦਾ, ਫਿਰ ਉਹਨੂੰ ਬੌਕਰ ਕਹੀਦਾ। ਬੌਕਰ ਸਾਰੇ ਘਰ ਦੀ ਗੰਦਗੀ ਨੂੰ ਅੱਗੇ ਲਾ ਲੈਂਦੀ। ਗੁਰੂ ਨਾਨਕ ਸਾਹਿਬ ਜੀ ਨੇ 35 ਮਹਾਂਪੁਰਖ ਇਕੱਠੇ ਕਰਕੇ ਇੱਕ ਥਾਂ 'ਤੇ ਕਿਹਾ, ਆਓ ਰਲ ਕੇ ਆਪਾਂ ਇਸ ਸਮਾਜ ਦੀ ਗੰਦਗੀ ਨੂੰ ਸਾਫ਼ ਕਰੀਏ। ਅਸੀਂ ਫਿਰ ਵੱਖਰੇ ਵੱਖਰੇ ਕਰਨ ਦੀ ਕੋਸ਼ਿਸ਼ ਕਰਦੇ ਫਿਰਦੇ ਹਾਂ। ਜਿਹੜੇ ਭਗਤ ਰਵਿਦਾਸ ਨੂੰ ਮੰਨਣ ਵਾਲੇ ਕਹਿੰਦੇ ਸਾਡਾ ਵੱਖਰਾ ਨਹੀਂ। ਇਸ ਖੁਸ਼ਬੂ ਹੀ ਤਾਂ ਹੈ ਜਿਵੇਂ ਗੁਲਦਸਤਾ ਨਹੀਂ ਹੁੰਦਾ, ਵੱਖ ਵੱਖ ਤਰ੍ਹਾਂ ਦੇ ਫੁੱਲ ਲਿਆ ਕੇ ਲਾ ਦਈਦੇ ਆ। ਗੁਰੂ ਸਾਹਿਬ ਨੇ ਤਰ੍ਹਾਂ ਤਰ੍ਹਾਂ ਦੇ ਫੁੱਲ, ਇੱਥੇ 15 ਭਗਤ ਹੈ, ਇੱਥੇ 11 ਪਾਠ ਸਾਹਿਬਾਨ ਹੈ, ਇੱਥੇ 3 ਗੁਰੂ ਕੇ ਪਿਆਰੇ ਸਿੱਖ ਨੇ, 6 ਗੁਰੂ ਸਾਹਿਬਾਨ ਹੈ, ਸਾਰਿਆਂ ਦੀ ਲਿਆ ਕੇ ਇੱਕ ਥਾਂ 'ਤੇ ਬਾਣੀ ਇਕੱਠੀ ਕੀਤੀ। ਆਓ ਪੜ੍ਹੀਏ, ਸਮਝੀਏ, ਵਿਚਾਰੀਏ, ਇੱਕੇ ਥਾਂ 'ਤੇ ਬੈਠ ਕੇ ਬਾਣੀ ਨੂੰ ਗਾਈਏ, ਤੇ ਕਿਸੇ ਦੇਹ ਧਾਰੀ ਦੇ ਅੱਗੇ ਨਮਸਕਾਰ ਨਹੀਂ ਕਰਨੀ। ਘਰ ਘਰ ਬਾਬਾ ਗਾਵੀਏ, ਘਰ ਘਰ ਆਪਣੇ ਬਾਬੇ ਨੂੰ ਗਾਉਣਾ ਸ਼ੁਰੂ ਕਰੋ, ਘਰ ਘਰ ਆਪਣੇ ਬਾਬੇ ਦੀ ਵਿਚਾਰ ਕਰੋ। ਜਦੋਂ ਗੁਰੂ ਨਾਨਕ ਸਾਹਿਬ ਦਰਮਿਆਨੇ ਪਰਿਵਾਰਾਂ ਜਾ ਕੇ ਵਿਚਾਰ ਕਰਦੇ ਨੇ, ਕਿੰਨੀ ਖੁਸ਼ੀ ਹੁੰਦੀ ਉਹਨਾਂ ਨੂੰ, ਵੀ ਚਾਹ ਚੜ੍ਹ ਗਿਆ, ਵਾਹ 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 ਵੀ ਸਾਡੇ ਘਰ ਪਾਤਸ਼ਾਹ ਜੀ ਆਏ ਆ। ਦੂਰਾਂ ਤੋਂ ਵਹਿਮ ਭਰਮ ਪਖੰਡ ਜਾਤ ਪਾਤ ਇਹਨਾਂ 'ਚੋਂ ਸਾਨੂੰ ਸਤਿਗੁਰ ਨੇ ਬਾਹਰ ਕਿਹਾ। ਅੱਜ ਕਿੱਦਾਂ ਦੇਹ ਧਾਰੀ ਪ੍ਰਥਾ ਹੈ, ਕਿੱਦਾਂ ਲੋਕ ਭੱਜੇ ਫਿਰਦੇ ਨੇ। ਗੁਰੂ ਸਾਹਿਬ ਨੇ ਕਿਰਤ ਨੂੰ ਪਹਿਲ ਦਿੱਤੀ। ਅੱਜ ਥਾਂ ਥਾਂ 'ਤੇ ਅਸੀਂ ਨਮਸਕਾਰਾਂ ਕਰਦੇ। ਮਿੱਠਤ ਨੀਵੀਂ ਨਿਮਰਤਾ ਵਰਗੀ ਮਿਠਾਸ ਦੁਨੀਆ 'ਤੇ ਦੂਜੀ ਮਿਠਾਸ ਨਹੀਂ ਬਣੀ ਅਜੇ ਤੱਕ। ਮਿੱਠਤ ਨੀਵੀਂ ਨਾਨਕਾ ਗੁਣ ਤਤ, ਸਾਰਿਆਂ ਗੁਣਾਂ ਦਾ ਤਤ ਸਾਰ ਹੈ। ਨਿਮਰਤਾ ਸਾਰਿਆਂ ਗੁਣਾਂ ਦਾ ਤਤ ਸਾਰ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਤੇ ਪਾਤਸ਼ਾਹ ਜੀ ਪਤਾ ਕਹਿੰਦੇ ਨੇ, ਸਭ ਕੋ ਨਿਵੇਂ ਆਪ ਕੋ। ਧਿਆਨ ਨਾਲ ਸੁਣਿਓ, ਕਹਿੰਦੇ ਸਾਰੇ ਲੋਕ ਆਪਣੇ ਸਵਾਰਥ ਲਈ ਝੁਕਦੇ ਨੇ, ਪਰ ਕੋ ਨਿਵੇਂ ਨਾ ਕੋਈ। ਆਪਣੇ ਸਵਾਰਥ ਲਈ, ਸਮਝਦੇ ਹੋ ਕਿੱਦਾਂ ਭਲਾ? ਪੁਲਿਸ ਨੇ ਫੜਿਆ ਹੋਵੇ ਬੰਦੇ ਚੋਰੀ ਕਰਦੇ ਨੂੰ, ਕਿਉਂ ਸਰ ਕਿਹਦੀ ਟਰਾਂਸਫਾਰਮਰ ਦੀ ਤਾਰ ਲਾਉਂਦਾ ਫੜੇ ਜਾਵੇ, ਬੰਦੇ ਫੜ ਲੈਣ, ਉੱਥੇ ਬੰਦਾ ਕੀ ਕਰਦਾ ਭਲਾ? ਇੱਦਾਂ ਹੱਥ ਨਹੀਂ ਜੋੜਦਾ, ਛੱਡ ਦਿਓ ਜੀ, ਨਾ ਪੁਲਿਸ ਨੂੰ ਬੁਲਾਓ ਜੀ, ਛੱਡ ਦਿਓ ਜੀ। ਮਾਈ ਬਾਪ ਉਹ ਨਮਸਕਾਰ ਕਰ ਰਿਹਾ ਤੁਹਾਨੂੰ, ਉਹ ਤੁਹਾਡੇ ਗੋਡੀਆਂ ਹੱਥ ਲਾ ਲਿਆ, ਤੁਹਾਨੂੰ ਮੱਥਾ ਟੇਕ ਰਿਹਾ, ਮਨ 'ਚ ਪਤਾ ਕੀ ਹੁੰਦਾ? ਇੱਕ ਵਾਰੀ ਛੱਡ ਦਿਓ, ਦੁਬਾਰਾ ਨਹੀਂ ਤੁਹਾਡੇ ਹੱਥ ਆਉਂਦਾ। ਮਤਲਬ ਇਹ ਨਹੀਂ ਆਉਂਦਾ ਅੱਜ ਤੋਂ ਬਾਅਦ ਮੈਂ ਚੋਰੀ ਕਰਨੀ ਬੰਦ ਕੀਤੀ ਆ। ਕਹਿੰਦਾ ਇੱਕ ਵਾਰੀ ਛੱਡੋ, ਦੁਬਾਰਾ ਤੁਹਾਡੇ ਹੱਥ ਨਹੀਂ ਆਉਂਦਾ। ਕਹਿੰਦੇ ਸਭ ਕੋ ਨਿਵੇਂ ਆਪ ਕੋ, ਸਾਰੇ ਝੁਕਦੇ ਆ ਆਪਣੇ ਲਈ, ਆਪਣੇ ਸਵਾਰਥ ਲਈ, ਪਰ ਕੋ ਨਿਵੇਂ ਨਾ ਕੋਏ। ਧਰ ਤਰਾਜੂ ਤੋਲੀਏ, ਤਕੜੀ ਲੈ ਕੇ ਨਾ ਜਦੋਂ ਤੋਲਦੇ ਆ ਨਾ, ਪਲੜਾ ਭਾਰਾ ਕਿਹੜਾ ਹੁੰਦਾ ਭਲਾ? ਜਦੋਂ ਸਮਾਨ ਵੱਧ ਹੋਵੇ। ਨਿਵੇਂ ਸੋ ਆ ਵੇਖਿਆ ਨਾ, ਕਈਆਂ ਕੋਲ ਸਭ ਕੁਝ ਹੁੰਦਾ ਤੇ ਕਈਆਂ ਕੋਲ ਨਿਮਰਤਾ ਬੜੀ ਹੁੰਦੀ ਆ। ਕਈ ਮੇਰੇ ਵਰਗਿਆਂ ਕੋਲ ਹੁੰਦਾ ਕੱਖ ਨਹੀਂ, ਤੇ ਉਹਨਾਂ ਦੀ ਤੋਰ ਹੀ ਵੱਖਰੀ ਹੁੰਦੀ ਆ। ਉਹ ਭਾਵੇਂ ਅੱਗੇ ਡਿੱਗ ਪੈਣ,
ਅੱਗੇ ਅੜ ਕੇ ਡਿੱਗ ਪੈਣ। ਵੈਸੇ ਦੌਲਤ ਬਾਰੇ ਇੱਕ ਵਿਦਵਾਨ ਦਾ ਕਥਨ ਹੈ, ਕਹਿੰਦੇ ਦੌਲਤ ਇਹਦੀਆਂ ਦੋ ਲੱਤਾਂ ਨੇ, ਇੱਕ ਲੱਤ ਮਾਰੇ ਤੇ ਕੁੱਬ ਪਾ ਦਿੰਦੀ ਆ, ਦੂਜੀ ਲੱਤ ਮਾਰੇ ਤੇ ਕੁੱਬ ਕੱਢ ਦਿੰਦੀ ਆ। ਮਾਇਆ ਕੇ ਦੋ ਦਾਓ ਹੈ ਕਰੇ ਦੋਏ ਜੁੱਤ ਮਾਰ, ਆਵੇ ਤੋਂ ਬਹਰਾਏ ਨਰ। ਜਦੋਂ ਆਉਂਦੀ ਆ ਤੇ ਬੰਦਾ ਹੰਕਾਰ ਨਾਲ ਭਰ ਜਾਂਦਾ। ਜਾਏ ਕਰੇ ਖੁਆਰ ਤੁਰੇ ਨਰ ਝੂਰ ਝੂਰ ਕੇ, ਆਵੇ ਵੱਡੇ ਅਹੰਕਾਰ ਤੁਰੇ ਨਰ ਘੂਰ ਘੂਰ ਕੇ। ਆਉਂਦੀ ਆ ਤੇ ਬੰਦੇ ਦਾ ਹੰਕਾਰ ਵਧਾ ਦਿੰਦੀ ਆ ਤੇ ਜਾਂਦੀ ਆ। ਜਿਵੇਂ ਉਹ ਕਹਾਵਤ ਨਹੀਂ ਆਉਂਦੀ ਵੀ ਜਿੱਤਾ ਜਵਾਰੀਆ ਇੱਕ ਤੇ ਮੰਜੀਆਂ ਚਾਰ, ਜਵਾਰੀਆ ਇੱਕੋ ਜਿੱਤ ਜੇ ਨਾ, ਚਾਰ ਮੰਜੀਆਂ ਤੇ ਭੱਜਦਾ ਫਿਰਦਾ, ਉਹ ਨੱਚਦਾ ਫਿਰਦਾ। ਤੇ ਹਾਰੇ ਜਵਾਰੀਏ ਚਾਰ ਤੇ ਮੰਜੀ ਇੱਕ। ਚਾਰ ਜਵਾਰੀਏ ਹਾਰ ਜਾਣ ਨਾ, ਕੱਲੇ ਕੱਲੇ ਪਾਵੇ ਤੇ ਬਹਿ ਜਾਂਦੇ ਆ ਢੀਠ ਜਿਹੇ ਹੋ। ਕਹਿੰਦੇ ਕੀ ਹੋਇਆ? ਕਹਿੰਦਾ ਹਾਰ ਗਏ ਅੱਜ ਭਰਾਵਾ, ਗੱਲ ਜੀ ਨਹੀਂ ਬਣੀ, ਕੋਈ ਕਲਹਿਣਾ ਮੱਥੇ ਲੱਗ ਗਿਆ ਸਾਡੇ, ਜਾਂ ਕੋਈ ਗੱਲ ਨਹੀਂ ਬਣੀ, ਹਾਰ ਗਏ ਆ। ਇੱਦਾਂ ਹੀ ਜ਼ਿੰਦਗੀ ਦੀ ਇੱਕ ਬਾਜੀ ਹੈ ਜਿੱਥੇ ਬੰਦਾ ਆਪਣੀ ਜ਼ਿੰਦਗੀ ਦਾ ਇਹ ਰਹੱਸ ਗਵਾ ਬੈਠਦਾ ਹੈ। ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਨੂੰ ਜਿਉਣਾ ਸਿੱਖ ਭਾਈ। ਨੀਵਾਂ ਪਾਸਾ ਉਹ ਹੈ ਜਿੱਥੇ ਸਮਾਨ ਭਾਰਾ, ਨਿਵੇਂ ਸੋ ਗੌਰਾ ਹੋਏ ਧਰ ਤਰਾਜੂ ਤੋਲੀਏ, ਨਿਵੇਂ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇਂ। ਦੇਖੋ ਦੋਵੇਂ ਪੱਖ ਹੀ ਦੱਸ ਦਿੱਤੇ। ਨਿਵੇਂ ਸੋ ਗੌਰਾ ਹੋਏ, ਤਕੜੀ ਦਾ ਪੱਲੜਾ ਉਹ ਨੀਵਾਂ ਹੁੰਦਾ ਜਦੋਂ ਸਮਾਨ ਵੱਧ ਪਿਆ ਹੁੰਦਾ। ਦੂਜੇ ਬੰਨੇ ਕਹਿਤਾ ਸਾਰੇ ਝੁਕਣ ਵਾਲੇ ਗੁਣਾਂ ਵਾਲੇ ਵੀ ਨਹੀਂ ਹੁੰਦੇ, ਅਪਰਾਧੀ ਦੂਣਾ ਨਿਵਦਾ। ਜਿਹਨੇ ਅਪਰਾਧ ਕੀਤਾ ਹੁੰਦਾ ਕਿੱਦਾਂ ਝੁਕਦਾ ਉਹ। ਆ ਤੁਸੀਂ ਵੇਖਿਆ ਨਾ ਕਈ ਬੰਦੇ, ਮੈਂ ਅਕਸਰ ਵੇਖਦਾ ਹੁੰਦਾ, ਤੁਸੀਂ ਹੌਸਪੀਟਲ ਜਾਓ, ਜ਼ਿਆਦਾ ਦਿਨ ਹੌਸਪੀਟਲ ਕੌਣ ਰਹਿੰਦਾ? ਜਿਹਦਾ ਜ਼ਿਆਦਾ ਬਿਮਾਰ ਹੋਵੇ। ਜਿਹੜਾ ਥੋੜ੍ਹਾ ਬਿਮਾਰ ਹੈ ਉਹ ਇੱਦਾਂ ਜਾਂਦਾ ਘੜੀ ਦੋ ਘੜੀ ਹੱਥ ਐਂ ਗਿਆ ਜਿਵੇਂ ਮਤਲਬ ਉਹ ਡਾਕਟਰ ਦਾ ਪਤਾ ਲੈਣ ਹੀ ਗਿਆ। ਕਈ ਮਰੀਜ਼ ਹੁੰਦੇ ਨੇ ਜਾਂਦੇ ਇੱਦਾਂ ਅੱਧਾ ਘੰਟਾ ਲਾ ਕੇ ਘਰ ਆ ਗਏ। ਜ਼ਿਆਦਾ ਦਿਨ ਹੌਸਪੀਟਲ ਕਿਹਨੂੰ ਰਹਿਣਾ ਪੈਂਦਾ? ਜਿਹਦਾ ਜ਼ਿਆਦਾ ਬਿਮਾਰ ਹੈ। ਤੁਸੀਂ ਵੇਖਿਆ ਨਾ ਕਈ ਸਰੋਤੇ ਆਉਣਗੇ ਇੱਦਾਂ ਮੱਥਾ ਟੇਕਣਗੇ, ਨਮਸਕਾਰ ਕਰਨਗੇ, ਵਿਚਾਰਾਂ ਹੋ ਰਹੀਆਂ ਆਣ ਕੇ ਬਹਿ ਜਾਣਗੇ। ਕਈਆਂ ਬੰਦਿਆਂ ਦਾ, ਕਈਆਂ ਬੀਬੀਆਂ ਦਾ 20-20 15-15 ਮਿੰਟ ਨਮਸਕਾਰ ਕਰਨ ਦਾ ਤਰੀਕਾ ਹੁੰਦਾ ਇੱਦਾਂ। ਉਦੋਂ ਫਿਰ ਸਮਝ ਆਉਂਦੀ ਵੀ ਬਾਬਾ ਪਤਾ ਨਹੀਂ ਕੀ ਖਾ ਲਿਆ ਇਹਨਾਂ ਨੇ, ਜਿਹੜੀਆਂ ਇੰਨੀਆਂ ਭੁੱਲਾਂ ਬਖਸ਼ਾ ਰਹੇ ਆ। ਜਿਹੜਾ ਬੰਦਾ ਪਾਪੀ ਨਾ ਹੋਵੇ ਉਹ ਤੇ ਨਮਸਕਾਰ ਕਰਕੇ ਦਬਦਾ ਬਹਿ ਜਾਂਦਾ। ਉਹ ਤਾਂ ਕਹਿੰਦਾ ਮਹਾਰਾਜ ਮੈਂ ਅਪਰਾਧੀ ਦੂਣਾ ਨਵੇਂ। ਜਿੰਨੇ ਅੰਦਰ ਅਪਰਾਧ ਨੇ ਓਨਾ ਹੀ ਬੰਦਾ ਨੱਕ ਛਲਾਉਣ ਤੱਕ ਜਾਂਦਾ। ਫਿਰ ਇੱਦਾਂ ਜ਼ੋਰ ਨਾਲ, ਫਿਰ ਇਹੋ ਜਿਹੇ ਬੰਦੇ ਫਿਰ ਜ਼ੋਰ ਨਾਲ ਕਰਦੇ ਆ ਸਤਨਾਮ ਸਤਨਾਮ, ਗ੍ਰੰਥੀ ਨੂੰ ਮੁੱਖ ਵਾਂਗ ਭੁਲਾਉਣ ਤੱਕ ਜਾਂਦੇ ਆ। ਹਾਰ ਕੇ ਗ੍ਰੰਥੀਆਂ ਦਾ ਮੂੰਹ 'ਚ ਕਰ ਲਓ ਪਾਠ, ਮੈਂ ਪਾਠ ਕਰ ਰਿਹਾ, ਸੁਣ ਲਓ। ਜ਼ੋਰ ਨਾਲ ਕਿਉਂ? ਕਿਉਂਕਿ ਅਸਲ 'ਚ ਅੰਦਰ ਦੇ ਗੁਨਾਹ ਕੰਬ ਰਹੇ ਹੁੰਦੇ ਨੇ। ਤਨ ਚੰਦਨ ਮਸਤਕ ਪਾਤੀ, ਰਿੱਧ ਅੰਤਰ ਕਰ ਤਲ ਕਾਤੀ, ਠੱਗ ਦਿਸ਼ਟ ਬਗਾਂ ਲਿਵ ਲਾਗਾ, ਦੇਖ ਬੈਸ ਨੂੰ ਪ੍ਰਾਣ ਮੁਖ ਭਾਗਾ। ਆ ਸੁਣਿਓ ਅਗਲੀ ਪੰਕਤੀ, ਕਲ ਭਗਵੰਤ ਬੰਦ ਚਰਾਮੰ, ਬੰਦ ਬੰਧਨਾ ਚਰਾਮੰ ਚਿਰ ਜ਼ਿਆਦਾ ਲੰਬਾ ਟਾਈਮ ਬੰਧਨਾ ਕੌਣ ਕਰਦੇ ਆ? ਜਿਨ੍ਹਾਂ ਦੇ ਅੰਦਰ ਕੁਝ ਨਾ ਕੁਝ ਗਲਤ ਹੁੰਦਾ ਹੈ। ਕਲ ਭਗਵੰਤ ਬੰਦ ਚਰਾਮੰ ਕਰੂਰ ਦ੍ਰਿਸ਼ਟ ਰਤਾ ਨਿਸਬਾਦੰ, ਜਿਹਦੇ ਅੰਦਰ ਕਰੂਰਤਾ ਹੈ ਉਹੋ ਹੀ ਜਿਆਦੀਆਂ ਲੰਬੀਆਂ ਪ੍ਰੇਰਾਂ ਤੇ ਅਰਦਾਸਾਂ ਕਰਦਾ ਹੈ। ਜਿਹੜਾ ਅੰਦਰੋਂ ਸਹੀ ਹੁੰਦਾ ਹੈ ਉਹ ਕਹਿੰਦਾ ਮੈਨੂੰ ਇਹੋ ਜਿਹੇ ਪਖੰਡ ਕਰਨ ਦੀ ਲੋੜ ਨਹੀਂ ਹੈ। ਸਾਧ ਸੰਗਤ ਜੀ, ਜਿਹੜਾ ਬੱਚਾ ਆਪਣੇ ਬਾਪੂ ਦੀ ਰਿਸ਼ਤੇਦਾਰਾਂ ਤੋਂ ਬਿਨਾਂ ਵੀ ਰਿਸਪੈਕਟ ਕਰੇ, ਜਦੋਂ ਘਰ 'ਚ ਕੋਈ ਨਹੀਂ ਹੈਗਾ ਉਦੋਂ ਵੀ ਬਾਪੂ ਦੀ ਮੰਜੀ ਤੇ ਬਵੇ, ਗੱਲਾਂ ਬਾਤਾਂ ਕਰੇ, ਬਾਪੂ ਨੂੰ ਪਤਾ ਹੁੰਦਾ ਨਾ ਇਹ ਵਿਖਾਵਾ ਨਹੀਂ ਕਰਦਾ, ਮੇਰੇ ਨਾਲ ਵੈਸੇ ਵੀ ਪਿਆਰ ਕਰਦਾ, ਮੇਰਾ ਫਰੈਂਡ ਹੈ, ਮੇਰਾ ਪੁੱਤ ਨਹੀਂ ਹੈ। ਹੁਣ ਜਿਹੜੀ ਨੂੰਹ, ਸੱਸ ਨੂੰ ਪਤਾ ਵੀ ਜਿਹੜੀ ਮੇਰੀ ਨੂੰਹ ਆ ਉਹ ਮੇਰੀ ਧੀ ਆ। ਜਦੋਂ ਘਰ 'ਚ ਕੋਈ ਨਹੀਂ ਹੁੰਦਾ ਉਦੋਂ ਵੀ ਮੈਨੂੰ ਪੁੱਛਦੀ ਆ, ਦਲੀਆ ਬਣਾ ਕੇ ਦਿੰਦੀ ਆ, ਦਾਲ ਬਣਾ ਕੇ ਦਿੰਦੀ ਆ, ਖੀਰੀ ਬਣਾ ਕੇ ਦਿੰਦੀ ਆ। ਉਹਨੂੰ ਪਤਾ ਇਹ ਵਿਖਾਵਾ ਨਹੀਂ ਹੈਗਾ। ਅਤੇ ਕਈਆਂ 'ਚ ਇੱਦਾਂ ਹੁੰਦਾ ਵੀ ਅੱਗੋਂ ਪਿੱਛੋਂ ਚੰਗੀ ਤਰ੍ਹਾਂ ਬੋਲਣਾ ਨਹੀਂ। ਜਦੋਂ ਕੋਈ ਘਰ ਆਇਆ ਉਦੋਂ ਕਹਿਣਾ ਪਾਪਾ ਜੀ ਰੋਟੀ ਲਿਆਈਏ, ਬੀਬੀ ਜੀ ਗਰਮ ਰੋਟੀ ਖਾਓਗੇ? ਉਹ ਬੀਬੀ ਵੀ ਸਮਝ ਜਾਂਦੀ ਆ ਵੀ ਆ ਰਿਸ਼ਤੇਦਾਰਾਂ ਕਰਕੇ ਗਰਮ ਫੁਲਕਾ ਮਿਲ ਰਿਹਾ ਮੈਨੂੰ, ਜੇ ਇਹ ਚਲੇ ਗਏ ਤਾਂ ਉਹ ਠੰਡੀਆਂ ਮਿਲਣੀਆਂ। ਜੇ ਮੈਂ ਮਾੜਾ ਜਿਹਾ ਬੋਲੀ ਤਾਂ ਕਹਿਣਾ ਚੁੱਪ। ਆ ਕਈ ਬੀਬੀਆਂ ਵੇਖਿਓ ਤੁਸੀਂ, ਅੱਗੋਂ ਪਿੱਛੋਂ ਘਰ ਵਾਲੇ ਦੀ ਨੇਰੀ ਲਿਆਉਣਗੇ, ਜਦੋਂ ਆਇਆ ਸਰਦਾਰ ਜੀ ਕਿਹੜੇ ਕੱਪੜੇ ਪਾਓਗੇ? ਉਹ ਸਰਦਾਰ ਜੀ ਵੀ ਕਹਿੰਦਾ ਰਿਸ਼ਤੇਦਾਰ ਪੱਕੇ ਸਾਡੇ ਘਰ ਰਹਿਣ ਨਾਲ ਆਨੰਦ ਆ ਜਾਏ ਇੱਕ ਵਾਰੀ ਜ਼ਿੰਦਗੀ ਜਿਉਣ ਦਾ। ਅੱਛਾ ਸਰਦਾਰ ਵੀ ਅੱਗੋਂ ਫਿਰ ਕਹਿੰਦਾ ਸਰਦਾਰਨੀ ਜੀ ਤੁਸੀਂ ਜਿਹੜੇ ਮਰਜ਼ੀ ਤਿਆਰ ਕਰ ਦਿਓ, ਆਪਾਂ ਉਹ ਪਾ ਲਾਂਗੇ। ਉਹ ਬੱਚੇ ਵੀ ਆਉਂਦੇ ਉਹ ਕਿੱਡਾ ਤਗੜਾ ਨਾਟਕ ਖੇਡ ਰਹੇ ਹੋਏ। ਇੱਦਾਂ ਜ਼ਿੰਦਗੀ ਨਾ ਜਿਓ। ਤੁਸੀਂ ਘਰ 'ਚ ਤੁਹਾਨੂੰ ਕੋਈ ਨਹੀਂ ਵੇਖਦਾ, ਉੱਦਾਂ ਵੀ ਪਿਆਰ ਨਾਲ ਰਹੋ। ਹਾਂ ਪਿਓ ਦੇ ਕੋਲ ਬਹੁ ਆ ਬਾਪੂ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਫਰੈਂਡ ਬਣਾ ਲਓਗੇ ਨਾ, ਬੱਚਾ ਤੁਹਾਡੇ ਵਿਗੜਨ ਦੇ ਚਾਂਸ ਘਟ ਜਾਣਗੇ। ਜਦੋਂ ਆਪ ਅਸੀਂ ਰੈਲੀਆਂ 'ਚ ਤੁਰੇ ਫਿਰਨਾ, ਆਪ ਅਸੀਂ ਇੱਧਰ ਭੱਜੇ ਫਿਰਨਾ, ਬੱਚਿਆਂ ਨੂੰ ਵਕਤ ਨਹੀਂ ਦੇਣਾ, ਗੱਲਬਾਤ ਨਹੀਂ ਕਰਨੀ, ਫਿਰ ਬੱਚਾ ਕਹਿੰਦਾ ਜੇ ਤੇਰੇ ਕੋਲ ਮੇਰੇ ਲਈ ਟਾਈਮ ਨਹੀਂ ਤੇ ਮੇਰੇ ਕੋਲ ਅੱਗੇ ਬੋਲੋ ਟਾਈਮ ਹੈ ਨਹੀਂ। ਵਕਤ ਦਿਓ।
4 ਸਾਹਿਬਜ਼ਾਦੇ ਜੇ 7 ਸਾਲ ਦੇ ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚਹਿਰੀ ਜਾ ਕੇ ਯੁਰਤ ਨਾਲ ਗੱਲ ਕਰਦੇ ਆ, ਇਹ ਸਿੱਖਿਆ ਹੈ ਮਾਤਾ ਗੁਜਰ ਕੌਰ ਦੀ, ਇਹ ਸਿੱਖਿਆ ਹੈ ਘਰੋਂ ਸੰਸਕਾਰ ਨੇ। ਅਸੀਂ ਤਾਂ 7 ਸਾਲ ਦੇ ਬੱਚੇ ਨੂੰ 50 ਰੁਪਏ ਦੇ ਕੇ ਬਾਜ਼ਾਰ ਨਾ ਭੇਜੀਏ ਵੀ ਕੋਈ ਚਪੇੜ ਮਾਰ ਕੇ ਖੋਹ ਕੇ ਨਾ ਲੈ ਜਾਏ। ਇਧਰ ਸੂਬੇ ਸਰਹੰਦ ਦੀ ਕਚਹਿਰੀ 'ਚ ਪੇਸ਼ ਹੋਣ ਲੱਗਿਆ, ਕਿੱਡੀ ਯੁਰਤ ਹੈ, ਕਿੱਡੀ ਦਲੇਰੀ ਹੈ। ਇਹ ਸਿਹਰਾ ਜਾਂਦਾ ਪਰਿਵਾਰ ਵੱਲੋਂ ਮਿਲੇ ਹੋਏ ਸੰਸਕਾਰਾਂ ਦਾ, ਇਹ ਦਲੇਰੀ ਤੇ ਯੁਰਤ ਸੀ ਜਿਹੜੀ। ਤੋ ਗੁਰੂ ਪਾਤਸ਼ਾਹ ਜੀ ਇੱਥੇ ਗੱਲ ਕਹਿੰਦੇ ਨੇ, ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਹੇ ਸੀਸ ਨਵਾਏ ਕਿਆ ਥੀਏ ਜਾਂ ਹਿਰਦੈ ਕੁਸ਼ੁੱਧੇ ਜਾਹੇ। ਕਹਿੰਦੇ ਬਾਹਰੋਂ ਸੀਸ ਝੁਕਾਉਣ ਦਾ ਕੀ ਅਰਥ ਜੇ ਹਿਰਦੇ ਵਿੱਚ ਕੁਸ਼ੁੱਧਪੁਣਾ ਟਿਕਿਆ ਹੋਇਆ ਹੈ। ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਏ ਜਾਂ ਹਿਰਦੇ ਕੁਸ਼ੁੱਧੇ ਜਾਹੇ। ਸੀਸ ਨਵਾਉਣ ਦਾ ਕੀ ਫਾਇਦਾ? ਬਾਹਰੋਂ ਕੱਲਾ ਸਰੀਰ ਝੁਕਾਉਣਾ ਨਹੀਂ, ਮਨ ਵੀ ਝੁਕਾਉਣਾ ਹੈ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ। ਹੈ ਮਹਾਰਾਜ, ਤੁਹਾਡੀ ਗੱਲ ਨੂੰ ਮੰਨਣਾ ਹੀ ਤੁਹਾਡੇ ਗਾੜੀ ਸਿਰ ਝੁਕਾਉਣਾ। ਤੇ ਆਓ ਗੁਰੂ ਨਾਨਕ ਸਾਹਿਬ ਦਾ ਤੁਸੀਂ ਦਿਨ ਮਨਾ ਰਹੇ, ਉਹਨਾਂ ਦੀ ਪਿਆਰੀ ਮਿੱਠੀ ਯਾਦ 'ਚ ਬੈਠੇ ਜੇ। ਸਾਡਾ ਫਰਜ਼ ਬਣਦਾ ਪਾਤਸ਼ਾਹ ਤੁਸੀਂ ਸਾਡੇ ਲਈ ਪੂਰਨੇ ਪਾਏ, ਜੋ ਸਿੱਖਿਆ ਦਿੱਤੀ, ਜੋ ਬਾਣੀ ਰਚ ਕੇ ਦਿੱਤੀ, ਅਸੀਂ ਖੁਦ ਪੜ੍ਹੀਏ। ਇੱਕ ਆਪਣੀ ਜ਼ਿੰਦਗੀ 'ਚੋਂ ਵਹਿਮ ਦੂਰ ਕਰੋ ਭੈਣੋ। ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ, ਘਰਾਂ 'ਚ ਪੋਥੀਆਂ ਰੱਖੋ, ਸਹਿਜ ਪਾਠ ਕਰੋ, ਆਪਣੇ ਘਰਾਂ ਵਿੱਚ ਪੜ੍ਹਨ ਦੀ ਆਦਤ ਪਾਓ। ਜੋ ਪੜ੍ਹੋਗੇ ਆਪਣੇ ਬੱਚਿਆਂ ਨੂੰ ਦੱਸੋਗੇ। ਕਿਸੇ ਹੋਰ ਭੇਖੀ ਕੋ ਜਾਣ ਦੀ ਲੋੜ ਨਹੀਂ, ਕਿਸੇ ਪਖੰਡੀ ਅੱਗੇ ਨਾ ਨਾ ਨਾ, ਕਿਸੇ ਕੋਲ ਨਹੀਂ। ਮੱਝ ਨਹੀਂ ਮਿਲਦੀ, ਨੋਟ ਕਰੋ ਵੀ ਪੱਠੇ ਨਹੀਂ ਖਾਦੇ ਇਹਨੇ, ਭੁੱਖੀ ਹੈ, ਇਹਨੂੰ ਨਵਾਓ ਧਵਾਓ, ਇਹਦੀ ਸੇਵਾ ਕਰੋ, ਇਹਨੂੰ ਵੰਡ ਪਾਓ, ਇਹਨੂੰ ਖਲ ਪਾਓ, ਮਿਲ ਪੂ। ਆ ਹੁਣ ਥੋੜ੍ਹਾ ਜਿਹਾ ਫਰਕ ਪੈ ਗਿਆ। ਅੱਗੇ ਮੱਝ ਨੇ ਮਿਲਣੀ, ਕਹਿਣਾ ਪੇੜਾ ਕਰਾ ਲਿਆਓ ਭਾਈ ਕੋਲੋਂ, ਹੁੰਦਾ ਸੀ ਨਾ। ਉਹਦੇ ਪਿੱਛੇ ਲੌਜਿਕ ਕੀ ਸੀ ਭਲਾ? ਮੱਝ ਭੁੱਖੀ ਆ, ਉਹ ਮਿਲਦੀ ਨਹੀਂ, ਜਦੋਂ ਤੱਕ ਪੇੜਾ ਕਰਾ ਕੇ ਲਿਆਉਣਾ ਉਦੋਂ ਤੱਕ ਅੱਧਾ ਟੋਕਰਾ ਪੱਠਿਆਂ ਦਾ ਖਾ ਜਾਂਦੀ ਸੀ। ਪੇੜਾ ਮੂੰਹ 'ਚ ਦੇਣਾ, ਉਧਰੋਂ ਮੱਝ ਨੇ ਦੁੱਧ ਦੇਣਾ। ਕਹਿੰਦਾ ਪੇੜੇ 'ਚ ਕਿੱਡੀ ਤਗੜੀ ਸ਼ਕਤੀ। ਆ ਕਈਆਂ ਦੇ ਨਿਆਣੇ ਰੋਣੇ, ਨਿਆਣੇ ਰੋਂਦੇ ਸੀ ਨਾ, ਕਹਿਣਾ ਭੱਜ ਕੇ ਜਾਓ ਭਾਈ ਕੋਲੋਂ ਫਾਂਡਾ ਕਰਾ ਲਿਆਓ। ਉਹ ਭਾਈ ਨੇ ਧਰੇਕ ਦੀ ਨਿੰਮ ਦੀ ਕੋਈ ਟਾਹਣੀ ਤੋੜਨੀ, ਉਹਨੇ ਐਂ 2 ਵਾਰੀ ਘੁਮਾਉਣਾ, ਇੱਦਾਂ ਮੱਥੇ ਨੂੰ ਲਾਉਣਾ, ਨਾਲੇ ਥੋੜ੍ਹੀ ਜਿਹੀਆਂ ਫੁੱਲੀਆਂ ਦੇ ਦੇਣੀਆਂ। ਨਿਆਣਾ ਪੱਤਿਆਂ ਵੱਲ ਵੇਖ ਕੇ ਚੁੱਪ ਉੱਦਾਂ ਹੀ ਕਰ ਗਿਆ, ਕਹਿਣਾ ਬਾਬੇ 'ਚ ਕਿੱਡੀ ਸ਼ਕਤੀ ਆ। ਅੱਛਾ, ਮੈਂ ਕਹਿੰਦਾ ਹੁੰਦਾ ਤੁਸੀਂ ਤਾਂ ਸਾਡੇ ਕੋਲ ਨਿਆਣੇ ਲੈ ਆਓਗੇ, ਕਦੀ ਆਪਣੇ ਚੈੱਕ ਕਰਕੇ ਵੇਖੋ, ਲੱਤਾਂ ਮਾਰ ਮਾਰ ਕੇ ਕਿੰਨੀਆਂ ਪੇਟੀਆਂ ਭੰਨੀਆਂ ਇਹਨਾਂ ਨੇ। ਸੋਚ ਕੇ ਵੇਖਿਆ ਤੁਸੀਂ? ਭੱਜ ਕੇ ਜਾਣਗੇ, ਹਾਏ ਬਾਬਾ ਜੀ ਕਿੱਧਰ ਤੁਰੇ ਫਿਰਦੇ ਅਸੀਂ। ਕਿਸੇ ਬਾਬੇ ਕੋਲ ਭੱਜਾ ਫਿਰਦਾ, ਕਿਸੇ ਜਾ ਕੇ ਤਾਂਤਰਿਕ ਕੋਲ ਤੁਰਿਆ ਫਿਰਦਾ, ਕਿਤੇ ਕਿੰਨੇ ਤਾਂਤਰਿਕ, ਕਿੰਨੇ ਜੋਤਸ਼ੀ, ਕਿੰਨੇ ਪਾਂਦੇ, ਕਿੰਨੇ ਸਿਆਣੇ ਬਾਬੇ ਇੱਥੇ ਇਸ ਦੇਸ਼ ਵਿੱਚ ਭਰੇ ਪਏ ਨੇ, ਭਰੇ ਪਏ ਨੇ ਨਾ। ਕਰੋਨਾ 'ਚ ਕੋਈ ਲੱਭਾ? ਸਭ ਆਪੋ ਆਪਣੇ ਡੇਰਿਆਂ 'ਚ ਘੁਰਨਿਆਂ 'ਚ ਵੜ ਗਏ। ਕਿੱਦਾਂ ਮੂੰਹ 'ਚ ਮਾਸਕ ਲਾ ਲਏ ਇਹਨਾਂ ਨੇ। ਪਰ ਜਦੋਂ ਗੁਰੂ ਸਾਹਿਬ ਦੀ ਸਿੱਖੀ ਵਿਚਾਰ ਪੜ੍ਹਦੇ ਹਾਂ, ਪਾਤਸ਼ਾਹ ਜੀ ਨੇ ਦੇਹਧਾਰੀ ਪ੍ਰਥਾ ਤੋਂ ਸਾਨੂੰ ਰੋਕਿਆ। ਕਿਰਤ ਕਰਕੇ ਖਾਣ ਵਾਲੇ ਵੀਰੋ, ਤੁਹਾਡੇ ਸਾਹਮਣੇ ਪ੍ਰੈਕਟੀਕਲ ਵਾਪਰਿਆ। ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਨੇ ਰਲ ਕੇ ਸਮੇਂ ਦੀਆਂ ਹਕੂਮਤਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਇਹ ਤੋਂ ਵੱਡੀ ਤਾਕਤ ਵੇਖੀ ਤੁਸੀਂ ਕਿਤੇ? ਸਿਦਕ ਨਾਲ, ਸਬਰ ਨਾਲ, ਸਿਰੜ ਨਾਲ ਬੈਠੇ ਅਗਲੇ। ਇਹੋ ਜਿਹੇ ਉੱਥੇ ਕਿਰਤੀ ਕਿਸਾਨ ਬੈਠੇ ਜਿਹੜੇ ਇੱਕ ਵਾਰ ਆਪਣੇ ਘਰ ਨਹੀਂ ਆਏ, ਇੱਕ ਵਾਰ ਘਰ ਦਾ ਮੂੰਹ ਤੱਕ ਨਹੀਂ ਵੇਖਿਆ। ਬੱਚੇ ਜਾਂਦੇ ਰਹੇ ਮਿਲਣ ਉਹਨਾਂ ਨੂੰ, ਮਾਵਾਂ ਬੈਠੀਆਂ। ਤੁਸੀਂ ਕਦੀ ਨੋਟ ਕੀਤਾ ਹੋਵੇਗਾ, ਸ਼ੁਰੂ ਤੋਂ ਇੱਕ ਸਿਦਕ, ਇੱਕ ਭਰੋਸਾ ਸੀ ਵੀ ਇਹ ਅੰਦੋਲਨ ਜਿੱਤਾਂਗੇ। ਪਤਾ ਕਿਉਂ? ਕਿਉਂਕਿ ਜਦੋਂ ਉੱਥੇ ਬੈਠੀਆਂ ਟਰਾਲੀਆਂ 'ਚ ਮਾਵਾਂ ਬਜ਼ੁਰਗਾਂ ਨਾਲ ਗੱਲ ਕਰੀਦੀ ਸੀ ਨਾ, ਉਹ ਇੱਕੋ ਸ਼ਬਦ ਬੋਲਦੇ ਸੀ, ਜੇ ਅੰਦੋਲਨ, ਇਹ ਬਿੱਲ ਰੱਦ ਨਾ ਹੋਏ, ਅਸੀਂ ਜਿਉਂਦੇ ਘਰ ਵਾਪਸ ਨਹੀਂ ਜਾਣਾ। ਬੈਠੇ ਆ, ਸਿਰੜਨਾ ਬੈਠੇ ਆ। ਇਹ ਉਸ ਸਿਦਕ ਨੇ ਜਿਤਾਇਆ। ਉਹ ਸਾਡਿਆਂ ਬਜ਼ੁਰਗਾਂ ਨੇ ਉਹ ਸੜਕਾਂ ਪਵਿੱਤਰ ਕਰਤੀਆਂ। ਮੇਨ ਹਾਈਵੇ ਦੀਆਂ ਟਰਾਲੀਆਂ 'ਚ ਸਵੇਰੇ ਕੱਢ ਕੇ ਕਈ ਵੇਖੀਦਾ ਸੀ 3-4 ਵਜੇ ਬਜ਼ੁਰਗ ਸਵੇਰੇ ਟਰਾਲੀਆਂ 'ਚ ਪੋਥੀਆਂ ਪ੍ਰਕਾਸ਼ ਕਰਕੇ ਪਾਠ ਕਰ ਰਹੇ ਆ। ਉਹ ਤਾਂ ਉੱਥੋਂ ਦੇ ਲੋਕਾਂ ਦਾ ਜੀ ਨਹੀਂ ਲੱਗਣਾ ਜਦੋਂ ਉੱਥੋਂ ਟਰਾਲੀਆਂ ਪੰਜਾਬ ਨੂੰ ਤੁਰ ਪਈਆਂ। ਸੱਚ ਹੈ, ਅਸੀਂ ਅੱਖੀਂ ਵੇਖਿਆ ਉੱਥੇ ਲਗਾਤਾਰ ਰਹਿ ਕੇ ਕਿ ਕਿਆ ਨਜ਼ਾਰਾ ਸੀ, ਕਿੰਨਾ ਸੋਹਣੇ ਤਰੀਕੇ ਨਾਲ ਮਾਹੌਲ। ਇਹ ਪਹਿਲਾ ਅੰਦੋਲਨ ਸੀ ਦੁਨੀਆ ਦਾ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਇਕੱਲੇ ਦੇਸ਼ ਦੀ, ਦੁਨੀਆ ਦਾ ਪਹਿਲਾ ਅੰਦੋਲਨ ਸੀ ਕਿ ਇੰਨਾ ਲੰਬਾ ਚੱਲਿਆ ਤੇ ਇੰਨਾ ਸ਼ਾਂਤੀ ਨਾਲ ਚੱਲਿਆ ਤੇ ਅੰਦੋਲਨਕਾਰੀਆਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਤੇ ਪੂਰੇ ਦੇਸ਼ ਦੀ ਹਮਦਰਦੀ ਹੋ ਗਈ ਇਸ ਅੰਦੋਲਨ ਦੇ ਨਾਲ। PM ਵਰਗੇ ਅਮਰੀਕਾ ਗਏ, ਉੱਥੇ ਮਨੁੱਖੀ ਹੱਕਾਂ ਦੀ ਗੱਲ ਕਰਦਿਆਂ ਕਰਦਿਆਂ ਅਗਲਿਆਂ ਸਵਾਲ ਕਰਤਾ ਵੀ ਕਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਹੋ, ਤੁਹਾਡੇ ਦੇਸ਼ ਦੇ ਕਿਸਾਨ ਸੜਕਾਂ 'ਤੇ ਰੁਲੇ। ਧੰਨਵਾਦ ਵਿਦੇਸ਼ੀ ਬੈਠੇ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਉੱਥੇ ਬੈਠਿਆਂ ਆਪਣਾ ਫਰਜ਼, ਰੋਲ ਅਦਾ ਕੀਤਾ। ਸਾਡੀਆਂ ਧੀਆਂ, ਸਾਡੇ ਪੁੱਤ ਵਿਦੇਸ਼ਾਂ 'ਚ ਬੈਠੇ ਵੀ, ਉਹਨਾਂ ਦਾ ਸਰੀਰ ਭਾਵੇਂ ਉੱਥੇ ਸੀ ਪਰ ਰੂਹ ਉਹਨਾਂ ਦੀ ਇਸ ਅੰਦੋਲਨ ਨਾਲ ਜੁੜੀ ਹੋਈ ਸੀ।
तो बड़ा सहयोग दिता, तुहाडे पिंड ने बड़ा सहयोग दिता। साडे वीर संगत विच बैठे आ, भाई दलजीत सिंह बोड़ू, वीर शबेक सिंह तोने, इन्हां दी समुची टीम 4-4 5-5 वार समान लैके जांदे रहे। तुहाडे इलाके चों कई वीर होणगे जिन्हां दे शायद मैनूं नां ना पता होवे, जिहड़े सैकड़े वार अंदोलन च हाज़री भर चुके आ। सिर झुकदा उन्हां सारे वीरां अगे जिहड़े एक वार नहीं, 2 वार नहीं, पता नहीं किन्नी वार जाके हाज़री भर चुके आ। ये उन्हां सारियां दे सिदक नाल, भरोसे नाल, एकता नाल आपां इत्थों तक पहुँचे हाँ। ये सिरा जांदा मेरे गुरु पातशाह जी नूं, सच्चे पातशाह तुसीं आप सिर ते हत्थ रख के सेवा लई आ। हुण अरदास आ खुशी खुशी किसान साडे आपो अपने घरां नूं वापस आउण। ये गल सहे दी नहीं, गल पए दी आ। इस अंदोलन ने एक राह विखाता, अगे तो सरकार जिहड़ी मर्जी आवे, कोई भी इदां दा काला कानून पास कर लग्या 100 वार सोचेगी भी जे किते भुल भुलेखे पंजाब नाल पंगा लै लिया। ये भाई सिरड़ी बंदे जे, ये आण के इत्थे बह जांदे, मुड़ के इत्थों वापस इन्हां ने जाना नहीं है। सिदक है, भरोसा। एक चीज़ होर सुनियो, जे साडे एडे वड्डे सिदक ने सेंटर की सरकार झकाती, तो जे आपां सारे लक बन्नीए तो नशे बंद हो सकते कि नहीं हो सकते? बोल के दस्सिओ हुण। इहदा मतलब असी अंदरों काले हाँ, असी नहीं चाहुंदे नशे बंद होण। बिजली घर वाले बिजली बंद कर देण ना, किते 4 ट्रालियां जाके धरना ला देण, उन्होंने बिजली छड्डनी पै जाती है। तुहाडे कट्ठ 'च एडी वड्डी पावर हुंदी आ। इस पंजाब 'च परचे कीते होए SHO नूं रद्द करने पए इकट्ठ ने। पता सी भी जिथे किसान, ते कमाल दी गल, पिछले साल तो लैके हुण तक ना किसी पोलीटिकल पार्टी के झंडे तो इन्ना डर नहीं सी जिन्ना किसानी झंडे तो अगले डरते सी। अगले नूं पता सी जे इत्थे आके 4 बंदे इकट्ठे हो के बह गए तो साडा जीना मुश्किल हो जू। ये तो एक सिक्ख्या मिलती, जे आपां इकट्ठे हो जाइए ना, ये नशियां वर्गियां गंदियां लानतां अपने स्टेट, अपने सूबे चों आपां कढ सकते हैं। पर गल ये आ, 4 बंदे नशे के विरोध च हुंदे आ ते 5 बंदे नशे दे, उच्ची बोलो जी। साडे ते पुत्तां दे नंद कारज नशे तो बिना नहीं हुंदे। ग्रंथी सिंह पाठी सिंह अंदर पाठ कर रहा, पाठ हो रहा, ते नाल शराब दीयां पेटियां लिया के नाल ही दूजे तीजे कमरे 'च रखियां हुंदियां। किसी का बाणी वाल ध्यान नहीं, किसी का पाठ वाल ध्यान नहीं, तो अरदास की जा रही है, महाराज गुरमत अनुसार ये आनंद कारज पूरे होण, ये गुरमुख परिवार रब्बियां रूहां। पाठ दवा दव करा के गुरुद्वारे सरूप चला जाता, उत्थे बुलबुलियां वजदियां, उत्थे नशे पीते जाते हैं, उत्थे सब कुछ असीं गंदगी खिलारते हैं। कित्थे शांति लभदे पए हैं? कदी सोच के वेखिया? आओ तहैया करो, अपने पुत्तां धीआं दे आनंद कारज बिना नशियां तो करो। एक प्रण कर लो, तां मनाए दिन सफल आ। ब्रैड पकौड़े खाधे, दूजे पकौड़े खाधे, चावां पीतियां, घरां नूं चले गए, माफ़ करना कोई लाभ नहीं। एक कमिटमेंट करो ना, किसी के घर जाके नशा पीना। अगे बोलो हुण तुसीं वेखो किन्नी ढिली आवाज़ आउंदी है। वो अगले आंदे ने तूं जा भाई दिल्ली काम कर। साढ़े पिंड तो कई ग्रंथी बदल गए, अं तो सरूप बिरध कई हो गए, कई गोंदवाल छड्ड आए, असीं बिरध हो गए सरूप पाठ कर करके। असीं नहीं मनना, इहो सोच आना तो ना मनो भाई, जिदन मरना उदन ही मर जाना। पर जे चंगे काम करोगे तो दुनिया विचों शरीर चला जाऊ, पर तुहाडा नाम बोलू कोई बंदा चंगे काम करदा सी। आओ चंगे काम करन दी आदत पाओ। नौजवान वीरो तुहाडे गाड़ी हथ जोड़ के बेनती है, जे कोई नहीं वड्डा तुरदा तुसीं प्रण कर लो। एक लफ्ज मैं अखीर ते कहण लगा, हिरदा तगड़ा करके सुनियो। सब तो वध जिहड़े खतरनाक नशे पंजाब सूबे 'च क्यों सुट रहे हो? डर ही इहदे तो, उन्हां नूं खतरा ही पंजाब स्टेट तो अगलियां नूं। इत्थे लिख लिख के लाए आ, मेरियां धीआं दी उम्र दियां बेटियां, मेरी भैन दी उम्र दियां बेटियां, मेरी माता मेरी दादी दी उम्र दियां मावां बेटियां। मैं माफ़ी पहला मंग लवां। ये बड़ी खतरनाक बीमारी है जिहड़ी नशे साडे समाज फैलाए जा रहे हैं ना, ये सारे कारण दाज नहीं है, साडे नौजवान अंदरों डैड कर दिते हैं। बुजुर्गो मैं तुहाडी गुरु की हजूरी 'च गल कहना चाहुंदा, सांभ लो। जे अपने घर सांभे जाते, अगले अंदरों खत्म कर दिता। नशियां दे नाल साडे अंदर दे इन्ने सैल कमज़ोर कर दिते कि साडियां पीढ़ियां अगे औलाद पैदा करन जोगियां नहीं छड्डियां। मैं सारा देश घूम के वेखिया, सिर्फ पंजाब ही एक ऐसा सूबा है जिथे लिख के लाया अगलियां ने 107 दिनों च मर्दाना ताकत हासिल करो। क्यों? इत्थों दे मर्द नूं की होया? क्योंकि अगले नूं पता है कि असीं इन्हां नूं अगे वंश चलाउण जोगे नहीं छड्डिया। नहीं जागोगे तो जिन्ने मर्जी पुत्तां दीआं अरदासां कर लो, तुहाडीआं पीढ़ियां चलाउण वाला कोई अगे नहीं बचेगा।
प्रण करो, कमिटमेंट करो। कभी यहो पंजाब सी दुध लस्सी मखना ना पाण वाला नौजवान जिहदे चेहरे ते हसूं हसूं सोहणे चेहरे हुंदे सी, अज मुरझाया पिया नौजवान। अज सवेरे उठ के जाके डॉक्टर साहब मेरा बीपी घट गया। क्यों घट गया भी तेरा बीपी? किहड़ी ऐसी चीज़ है? लक बन लो। अपने परिवार च अपने बच्चों नाल बैठ के चंगियां गल्लां करो। फ्रूट लियाना होवे ना मंडी चों किते दुकान तो पुछे सेब किन्ने रुपये किलो, शराब पुछदे जी किन्ने रुपये किन्ने दी बोतल, बोल के दस्सो जी, बोलो साध संगत जी। नशा पुछदे आ, एक प्राहुणा आवे 1000-1200 हो गया तो उतों सेब लिया 2 किलो, भावें 100 दे किलो 2 लिया, सारा टब्बर कट के खाओ, हफ्ते एक बारी खा लो। शराब की बोतल 100-200 की कला पी जाता, तो फ्रूट लियाउण लग्या सेब दुकान वाले पुछ इन्ने महंगे लाते ही, फ्रूट नूं अग लगी पई आ। नशियां बारे कदी नहीं बोलते असी अपना आप नुकसान कर रहे हाँ। आओ अपने घर सांभो, अपने बच्चों ने चंगियां गल्लां करो, चंगी शिक्षा दिओ। जदों तुहाडी खुराक चंगी होएगी, तुहाडी सेहत चंगी होएगी, तुहाडा मन चंगा होएगा, तुहानूं बीमारी लगनी कोई नहीं। मन रोगी हुंदा ते तन रोगी हुंदा, मन ठीक होएगा तो तन ठीक होएगा। ते मन नूं संगत दिओ मेरे माधो जी। सत संगत मिलै सो तरिया, गुर प्रसाद परम पद पाया, सूके काश्ट हरिया। तो आओ मेरे वीरो भैनों भराओ, गुरु की विचार जिंदगी च लैके आओ, गुरु का उपदेश अपनी जिंदगी च लैके आओ। नशियां तो रहत हो के सोहने समाज की सिरजना करो। इन्हें दिल बहुत करदा, पर असीं हुण दिल्ली पहुँचना है, क्योंकि ये जिस हिसाब नाल हुण खबरां मिल रही ने तो बहुत छेती ही जित वाले बन्ने अपने वीर सारे वध रहे हैं। जरूर आओ एक बारी, जिहड़े अजे तक नहीं गए हाज़री लवाओ, उत्तों काफला बना के पंजाब नूं तुरीए। गुरु बख्शिश करे सारे वीरां दा, भैणां दा, बजुर्गां दा, इत्थों की समुची प्रबंधक कमेटी का, मेरे ग्रंथी वीर, कवीशर वीर जिन्हां ने मेरे तो बाद भी तुहानूं इतिहास सरवण कराउणा, सारिਆਂ ਦਾ तहे दिलों धन्नवाद। तुसीं बड़ा दूरां नेड़िਆਂ तो आण के अज दे समागम दे विच हाज़री भरी है। विचारां करदियां भुल्लां मेरियां ने, बचन गुरु दे जाण के हिरदे दे विच वसाउणा। सौण वाले वीर दा धन्नवाद। श्रोमणी कमेटी के कई मेरे वीर प्रचारक बैठे ने, उन्हां दा धन्नवाद। जिन्ने भी तुसीं दूरां नेड़िਆਂ तो आण के हाज़री भरी है, मालक सारिਆਂ नूं चढ़दी कला तंदुरुस्ती दे, अरोगता बख्शिश करे। साध संगत जी मैं फिर बेनती करदा अखीर दे विच इस अंदोलन नूं जित वाले बन्ने लिजाण वाले जिन्नियां भी माइयां भाइयां बजुर्गां बच्चियां ने सहयोगता, मालक सारिਆਂ नूं चढ़दी कला। असीं अगे तो भी इकट्ठे होके इदां जंग विच हिस्सा पावांगे तो कोई भी जंग जितनी साडे लिए औखी नहीं है। तो आओ अपने घरां 'च सहज पाठ करो, बाणी खुद पढ़ो, गुरु की बाणी की विचारना जिंदगी विच खुशी आएगी, खेड़ा आएगा। भुल्लां चुक्कां मेरियां बचन गुरु दे जाण के हिरदे विच वसाउण दा यतन करना। सारी संगत बुलंद आवाज़ विच फतेह बुलाओ तो गज के आखो साध संगत जी, वाहिगुरू जी का खालसा, वाहिगुरू जी की फतेह।